ਜਿੱਦਾਂ ਦੇ ਤੁਸੀਂ ਗੱਲਾਂ ਦੱਸ ਰਹੇ ਹੋ ਇਹ ਤਾਂ ਐਂ ਲੱਗਦਾ ਕਿ ਤੁਸੀਂ ਅੱਜ ਦੇ ਟਾਈਮ 'ਚ ਸੌਰੀ ਸ਼ਾਇਦ ਤੁਹਾਨੂੰ ਸੁਣ ਕੇ ਅੱਛਾ ਨਾ ਲੱਗੇ ਮੁੰਗੇਰੀ ਲਾਲ ਕੇ ਹਸੀਨ ਸੁਪਨੇ ਦਿਖਾ ਰਹੇ ਹੋ ਤੇ ਜਿਹੜਾ ਇਹ ਪਿਕਚਰ ਦੇਖੇਗਾ ਉਹ ਅੱਜ ਪਿਕਚਰ ਦੇਖ ਕੇ ਜੇ ਤੁਹਾਨੂੰ ਵੋਟ ਪਾ ਦਿੰਦੇ ਤਾਂ ਕੱਲ ਨੂੰ ਪੂਰੇ ਕੁਝ ਨਹੀਂ ਹੋਣੇ। ਮੌਜੂਦਾ ਸਰਕਾਰ 5 ਰੁਪਏ ਬਿਜਲੀ ਨਹੀਂ ਦੇ ਪਾਈ, ਤੁਸੀਂ ਕਹਿ ਰਹੇ ਹੋ ਮੈਂ 1.5 ਰੁਪਏ ਦੇ ਦਾਂਗਾ, ਇਹ ਪੋਸੀਬਿਲਿਟੀ ਨਹੀਂ ਹੈ। ਅਸੀਂ ਕੋਸ਼ਿਸ਼ ਕਰਾਂਗੇ 15 ਲੱਖ ਤਕਰੀਬਨ ਕਿਸਾਨਾਂ ਨੇ ਟਿਊਬਲ ਲਗਾਏ ਹੋਏ ਨੇ ਜੀ। ਉਹ ਟਿਊਬਲਸ ਆਪਾਂ ਸ਼ਹਿਰ ਵਾਲੇ ਅਸੀਂ ਉਹਨਾਂ ਨਾਲ ਲਾਂਤਾ ਪਾਉਂਦੇ ਆ ਵੀ ਜਦੋਂ ਜੀ ਝੋਨੇ ਦਾ ਸੀਜ਼ਨ ਹੁੰਦਾ ਹੈਗਾ ਸਾਡੇ ਸ਼ਹਿਰਾਂ ਦੀ ਫੈਕਟਰੀਆਂ ਦੀ ਬੱਤੀ ਰੋਕ ਲੈਂਦੇ ਆ ਤੇ ਝੋਨਾ ਲੱਗਣ ਵਾਸਤੇ ਇਹਨਾਂ ਨੂੰ ਜਿਹੜੇ ਕਿਸਾਨ ਹੈਗੇ ਉਹਨਾਂ ਨੂੰ ਮੁਫਤ ਬੱਤੀ ਦਿੰਦੇ ਆ। ਅਸੀਂ ਉਹ ਲਾਹਨਤ ਵੀ ਲਾ ਦੇਣੀ ਹੈ। ਔਰ ਮਜ਼ੇ ਦੀ ਗੱਲ ਤੁਹਾਨੂੰ ਹੋਰ ਦੱਸਾਂ, ਗੁਜਰਾਤ ਦੇ ਵਿੱਚ ਸੋਲਰ ਟਰੈਕਟਰਸ ਆ ਗਏ ਨੇ ਜੀ। ਇਲੈਕਟ੍ਰਿਕ ਟਰੈਕਟਰਸ ਸੋਨਾਲੀਕਾ ਵਾਲਿਆਂ ਨੇ ਕੱਢ ਦਿੱਤੇ ਹੈਗੇ ਆ ਬਈ ਉਹਨਾਂ ਨੂੰ ਸੋਲਰ ਪੈਨਲਸ ਲਗਾ ਕੇ ਉਹ ਬੈਟਰੀਆਂ ਉਹਨਾਂ ਦੀ ਚਾਰਜ ਕਰੋ ਤੇ ਫ੍ਰੀ ਆਫ ਕਾਸਟ। ਅੱਜ ਇੰਨਾ ਮਹਿੰਗਾ 100 ਰੁਪਏ ਲੀਟਰ ਦਾ ਡੀਜ਼ਲ ਪਾਉਣ ਦੀ ਜ਼ਰੂਰਤ ਹੀ ਨਹੀਂ ਹੈਗੀ ਤੇ ਸਾਡੀ ਖੇਤੀ ਦੇ ਵਿੱਚ ਵੀ ਸਾਡੇ ਕਿਸਾਨ ਭਰਾਵਾਂ ਦੀ ਵੀ ਜਿਹੜਾ ਖਰਚਾ ਹੈਗਾ ਘਟ ਜਾਊਗਾ। मतलब ये है कि ਤੁਹਾਡਾ ਸਰ ਪਹਿਲਾ ਹੀ ਮੈਨੀਫੈਸਟੋ ਸੁਣ ਕੇ ਤਾਂ ਬੜਾ ਅੱਛਾ ਲੱਗਿਆ, ਪਰ ਮੋਰ ਓਵਰ ਮੈਂ ਫਿਰ ਇੱਕ ਵਾਰੀ ਕਹਿਣਾ ਚਾਹਾਂਗਾ ਕਿ ਫਿਲਹਾਲ ਕਿਉਂਕਿ ਇਹ ਸੁਣ ਰਹੇ ਹੈ ਗੱਲਾਂ ਬਹੁਤ ਵਧੀਆ ਲੱਗਦੀਆਂ ਸੁਣ ਕੇ, ਗੱਲ ਤਾਂ ਹਰੇਕ ਨੂੰ ਲੱਗਦਾ ਕਿ ਪਰ ਮੁੰਗੇਰੀ ਲਾਲ ਕੇ ਹਸੀਨ ਸੁਪਨੇ ਹਜੇ ਲੱਗ ਰਿਹਾ। ਪਰ ਨੇ ਕਿਹਾ ਸੀਗਾ ਸਾਨੂੰ ਯਾਦ ਆ ਗਿਆ, ਉਹ ਕਹਿੰਦੇ ਜੀ ਉਹਨਾਂ ਨੇ ਵੀ ਲੁੱਟਣਾ, ਉਹਨਾਂ ਨੇ ਵੀ ਲੁੱਟਣਾ, ਉਹਨਾਂ ਨੇ ਵੀ ਲੁੱਟਣਾ, ਕੋਈ ਨਹੀਂ ਇਸ ਵਾਰੀ ਨਵਾਂ ਹੀ ਟਰਾਈ ਕਰ ਲਓ। ਲੁੱਟੇ ਤੇ ਜਾਣਾ ਹੀ ਅਸੀਂ, ਕੋਈ ਗੱਲ ਨਹੀਂ, ਪੁਰਾਣਿਆਂ ਤੋਂ ਤਾਂ ਕਿੰਨੀ ਵਾਰੀ ਲੁੱਟੇ ਗਏ, ਇਸ ਵਾਰੀ ਨਵਾਂ ਹੀ ਟਰਾਈ ਕਰ ਲਓ, ਸ਼ਾਇਦ ਕਿਤੇ ਬਚ ਜਾਈਏ, ਹੋ ਸਕਦਾ ਥੋੜਾ ਘੱਟ ਲੁੱਟ ਲਵੇ। ਦੇਖੋ ਜੀ ਆ ਤਾਂ ਹੁਣ ਜਿਸ ਤਰ੍ਹਾਂ ਦਾ ਤੁਸੀਂ ਪ੍ਰਸ਼ਨ ਕੀਤਾ ਮੈਂ ਉਹਦੇ ਤੇ ਕੋਈ ਉੱਤਰ ਨਹੀਂ ਦੇਣਾ। ਮੈਨੂੰ ਬੜਾ ਉਹ ਟੌਂਟਿੰਗ ਤੁਸੀਂ ਕਿਹਾ ਵੀ ਲੁੱਟ ਲਓ ਤੇ ਅਸੀਂ ਤਾਂ ਇਹ ਕਿਹਾ ਕਿ ਇੱਕ ਵਪਾਰੀ ਇੱਕ ਆਮ ਆਦਮੀ ਨੂੰ ਇਹ ਲੱਗਦਾ ਹੈ ਕਿ ਹਰ ਸਰਕਾਰ ਵਾਅਦਾ ਕਰਦੀ ਹੈ ਪੂਰਾ ਨਹੀਂ ਕਰਦੀ। ਦੀਪ ਜੀ ਇਸ ਤਰ੍ਹਾਂ ਹੈ, ਤਕਰੀਬਨ ਦੀਵਾਲੀ ਤੋਂ ਕੁਝ ਦਿਨ ਪਹਿਲੇ ਲਾਸਟ ਈਅਰ ਤੁਸੀਂ ਮੇਰੀ ਇੰਟਰਵਿਊ ਲਈ ਸੀਗੀ ਜਿਸ ਦੇ ਵਿੱਚ ਮੈਂ ਮੁੱਦਾ ਚੱਕਿਆ ਸੀਗਾ 650 ਕਰੋੜ ਰੁਪਏ ਦਾ, ਜਿਹੜਾ ਕਿ ਬੁੱਢੇ ਨਾਲੇ ਦਾ ਸਾਡੇ ਪਹਿਲੇ ਜਿਹੜੇ ਸੀਐਮ ਸੀਗੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਫੰਡ ਸੈਂਕਸ਼ਨ ਕੀਤਾ ਸੀਗਾ, ਉਸ ਦੇ ਖਿਲਾਫ ਮੈਂ ਮੁੱਦਾ ਚੱਕਿਆ ਸੀਗਾ। ਉਸ ਦੇ ਸਾਰੇ ਡਾਕੂਮੈਂਟਸ ਵੀ ਸਾਰੇ ਮੈਂ ਪਬਲਿਕਲੀ ਪੇਸ਼ ਕੀਤੇ, ਪਰ ਉਸ ਤੋਂ ਬਾਵਜੂਦ ਵੀ ਇਹਨਾਂ ਨੇ ਕੁਝ ਵੀ ਪੰਜਾਬ ਗਵਰਨਮੈਂਟ ਨੇ ਉਸ ਦੇ ਉੱਪਰ ਐਕਸ਼ਨ ਨਹੀਂ ਲਿਆ। ਉਲਟਾ ਪਿੱਛੋਂ ਦੀ ਫਰੈਸ਼ ਵਾਟਰ ਦਰਿਆ ਦਾ ਉਹਦੇ ਵਿੱਚ ਛੱਡ ਦਿੱਤਾ, ਔਰ ਕਿੰਨੇ ਕਿਊਸਿਕ ਛੱਡਿਆ ਐਗਜ਼ੈਕਟਲੀ ਤਾਂ ਮੈਨੂੰ ਨਹੀਂ ਪਤਾ, ਔਰ ਉਹ ਕਹਿੰਦੇ ਜੀ ਬੁੱਢਾ ਨਾਲਾ ਸਾਫ਼ ਹੋ ਗਿਆ। ਇਸ ਕਰਕੇ ਅਸੀਂ ਆਲ ਓਵਰ ਇੰਡੀਆ ਦੇ ਜਿਹੜੇ ਸਾਡੇ ਵਪਾਰੀ ਨੇ, ਅਸੀਂ ਦਿੱਲੀ 'ਚ ਇੱਕ ਮੀਟਿੰਗ ਕੀਤੀ ਸੀਗੀ ਤੇ ਅਸੀਂ ਫੈਸਲਾ ਲਿਆ ਵੀ ਅਸੀਂ ਕਤਿਕਨ ਭਿਖਾਰੀਆਂ ਦੀ ਤਰ੍ਹਾਂ ਦੇ ਉੱਤੇ ਇਹਨਾਂ ਨੂੰ ਇਹਨਾਂ ਦੇ ਦਰਾਂ ਤੇ ਪੋਲੀਟੀਕਲ ਲੀਡਰਸ ਦੇ ਦਰਾਂ ਤੇ ਖੜਾਂਗੇ, ਅਫਸਰਾਂ ਦੇ ਦਰਾਂ ਤੇ ਖੜਾਂਗੇ। ਅਸੀਂ ਆਪਣੀ ਨਈਆ ਦੇ ਖਵਈਆ ਖੁਦ ਕਿਉਂ ਨਾ ਬਣੀਏ। ਅਸੀਂ ਇੱਕ ਬਹੁਤ ਵੱਡੇ ਕਿਸਾਨਾਂ ਦੇ ਲੀਡਰ ਸੀਗੇ ਸਰਦਾਰ ਗੁਰਨਾਮ ਸਿੰਘ ਚੜੂਣੀ ਜੀ, ਅਸੀਂ ਉਹਨਾਂ ਨੂੰ ਵੀ ਕਿਹਾ ਸੀਗਾ ਵੀ ਤੁਸੀਂ ਉੱਥੇ ਆਓ ਤੇ ਤੁਸੀਂ ਅੱਗੇ ਲੱਗੋ, ਤੁਸੀਂ ਵੀ ਸੈਂਟਰ ਗਵਰਨਮੈਂਟ ਦੀ ਪਾਲਿਸੀਜ਼ ਤੋਂ ਪਰੇਸ਼ਾਨ ਹੋ, ਜਿਹੜੇ ਬਿਲਸ ਵਗੈਰਾ ਦੇ ਪਿੱਛੇ ਅੱਜ ਸਾਡੇ ਕਿਸਾਨ ਭਰਾ ਪਿਛਲੇ 11 ਮਹੀਨਿਆਂ ਤੋਂ ਉੱਥੇ ਬੈਠੇ ਨੇ ਤੇ ਅਸੀਂ ਚੜੂਣੀ ਸਾਹਿਬ ਨੂੰ ਕਿਹਾ ਸੀ ਵੀ ਤੁਸੀਂ ਅੱਗੇ ਲੱਗੋ, ਸਾਡੇ ਵਾਸਤੇ ਤੁਸੀਂ ਸਾਡੇ ਸੀਐਮ ਦੇ ਕੈਂਡੀਡੇਟ ਵੀ ਹੈਗੇ ਹੋ। ਪੰਜਾਬ ਵਿਧਾਨ ਸਭਾ 2022 ਦੇ ਇਲੈਕਸ਼ਨ ਲੜਾਂਗੇ ਔਰ ਇੱਥੇ ਆਪਣੀ ਸਰਕਾਰ ਖੁਦ ਹੀ ਬਣਾਵਾਂਗੇ, ਔਰ ਜਿਹੜੇ ਮਸਲਿਆਂ ਵਾਸਤੇ ਅੱਜ ਸਾਨੂੰ ਦਰ ਦੇ ਭਿਖਾਰੀਆਂ ਦੇ ਮੰਗੋਂ ਇਹਨਾਂ ਨੂੰ ਅੱਜ ਮਿੰਨਤਾਂ ਤਰਲੇ ਕਰਨੀਆਂ ਪੈਂਦੀਆਂ। ਕੱਲ੍ਹ ਹੀ ਅਸੀਂ ਸੀਐਮ ਸਾਹਿਬ ਦਾ ਘਰ ਦਾ, ਚੰਨੀ ਸਾਹਿਬ ਦਾ ਘਰ ਦਾ ਘਿਰਾਵ ਕੀਤਾ, ਸਾਡੇ ਉਹਦੇ ਵਿੱਚ ਕਈ ਮੁੱਦੇ ਸੀਗੇ, ਉਹ ਸਾਰੇ ਸੋਸ਼ਲ ਮੀਡੀਆ 'ਚ ਔਰ ਅਖਬਾਰਾਂ 'ਚ ਆ ਗਏ ਨੇ ਤੇ ਉਹੀ ਮੁੱਦਿਆਂ ਨੂੰ ਲੈ ਕੇ ਅਸੀਂ ਚੁਣਾਵ ਲੜਾਂਗੇ ਔਰ ਆਪਣੀ ਸਰਕਾਰ ਬਣਾਵਾਂਗੇ। ਇਹੀ ਤਾਂ ਅਸੀਂ ਕਹਿ ਰਹੇ ਹਾਂ ਕਿ ਤੁਸੀਂ ਸਿੱਧੇ ਸਾਦੇ ਵਪਾਰੀ ਹੋ, ਤੁਹਾਨੂੰ ਰਾਜਨੀਤੀ ਨਹੀਂ ਕਰਨੀ ਆਉਂਦੀ। ਰਾਜਨੀਤੀ ਅੱਗਿਆਂ ਨੇ ਜੇ ਹਲਕੀ ਜਿਹੀ ਗੁਗਲੀ ਪਾਈ ਤੇ ਆਪਾਂ ਉਸ ਗੁਗਲੀ 'ਚ ਐਸੇ ਬੋਲਡ ਹੋਵਾਂਗੇ ਕਿ ਵਪਾਰੀ ਏਕਤਾ ਪੂਰੀ ਬਦਨਾਮ ਹੋ ਜਾਏਗੀ। ਅਸੀਂ ਵੀ ਜਿਹੜਾ ਰਾਜਨੀਤੀ 'ਚ ਪ੍ਰਵੇਸ਼ ਕਰਨ ਜਾ ਰਹੇ ਹਾਂ, ਅਸੀਂ ਤਾਂ ਵਾਹਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਾਤਾ ਰਾਣੀ ਨੂੰ ਹਾਜ਼ਰ ਨਾਜ਼ਰ ਰੱਖ ਕੇ, ਪਰਮ ਪਿਤਾ ਪਰਮੇਸ਼ਵਰ ਨੂੰ ਹਾਜ਼ਰ ਨਾਜ਼ਰ ਰੱਖ ਕੇ ਨਿਸਵਾਰਥ ਭਾਵ ਦੇ ਨਾਲ ਅਸੀਂ ਤਾਂ ਧਰਮ ਨੀਤੀ ਦੇ ਉੱਪਰ ਚੱਲਦੇ ਹੋਏ ਅਸੀਂ ਰਾਜਨੀਤੀ ਵਿੱਚ ਪ੍ਰਵੇਸ਼ ਕਰ ਰਹੇ ਹਾਂ ਤੇ ਸਾਡਾ ਸਹਾਈ ਉਹ ਪਰਮ ਪਿਤਾ ਪਰਮੇਸ਼ਵਰ ਹੀ ਹੋਊਗਾ। ਔਰ ਦੂਸਰੀ ਗੱਲ ਮੈਂ ਤੁਹਾਨੂੰ ਦੱਸਦਾ, ਅੱਜ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਉਸ ਸਮੇਂ ਬਾਦਲ ਸਾਹਿਬ ਚੀਫ ਮਿਨਿਸਟਰ ਸੀਗੇ, ਔਰ ਜਿਹੜਾ ਬਹਿਬਲ ਕਲਾਂ ਗੋਲੀकांड ਹੋਇਆ ਉੱਥੇ ਭੋਲੇ ਭਾਲੇ ਜਿਹੜੇ ਉੱਥੇ
ਧਰਨਾ ਦੇ ਕੇ ਬੰਦੇ ਬੈਠੇ ਸੀਗੇ, ਉਹਨਾਂ ਵਿੱਚ ਸਾਡੇ ਸਿੱਖ ਭਰਾ ਸ਼ਹੀਦ ਹੋਏ। ਉਹਦਾ ਜੇ ਨਾ ਇਨਸਾਫੀ ਜਿਹੜੀ ਐਡੀ ਵੱਡੀ ਹੋਈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਉਹਦਾ ਇਨਸਾਫ ਬਾਦਲ ਸਾਹਿਬ ਨੇ ਨਹੀਂ ਦਿੱਤਾ, ਤੇ ਉਹਦਾ ਸਦਕਾ ਹੈ ਵੀ ਉਹ ਪਰਮਪਿਤਾ ਪਰਮੇਸ਼ਵਰ ਨੇ ਉਹਨਾਂ ਨੂੰ ਕੱਢ ਕੇ ਬਾਹਰ ਮਾਰਿਆ। ਹੁਣ ਤੁਸੀਂ ਦੂਸਰਾ ਦੇਖੋ, ਕੈਪਟਨ ਸਾਹਿਬ ਨੇ ਹੱਥ ਦੇ ਵਿੱਚ ਗੁਟਕਾ ਸਾਹਿਬ ਨੂੰ ਫੜ ਕੇ ਸ਼ਪਥ ਲਈ ਸੀ ਵੀ ਮੈਂ 3 ਮਹੀਨਿਆਂ ਦੇ ਵਿੱਚ ਆਂਦੇ ਸਾਰ ਹੀ ਮੈਨੂੰ ਵੋਟ ਦੇ ਕੇ ਸੀਐਮ ਬਣਾ ਦਿਓ, ਮੈਂ ਨਸ਼ਾ ਦੂਰ ਕਰ ਦੂੰਗਾ। ਤੇ ਉਹਨਾਂ ਨੇ ਉਹਨਾਂ ਦੀ ਗੁਰੂਆਂ ਦੀ ਬਾਣੀ ਦੇ ਉੱਪਰ ਨਹੀਂ ਚੱਲੇ, ਤੇ ਉਹਨਾਂ ਦਾ ਹਾਲ ਦੇਖ ਲਓ ਬਈ ਇਸ 80-81 ਸਾਲ ਦੀ ਉਮਰ 'ਚ ਕਿੰਨਾ ਜ਼ਲੀਲ ਹੋ ਕੇ ਉਹ ਕਾਂਗਰਸ ਤੋਂ ਨਿਕਲੇ। जनहितैषी, टीआरपी नहीं खरीदते, भरोसा जीतते हैं हम। ਸਤਿ ਸ਼੍ਰੀ ਅਕਾਲ ਜੀ, ਮੈਂ ਸੰਦੀਪ ਸ਼ਰਮਾ ਇੱਕ ਵਾਰੀ ਫਿਰ ਤੁਹਾਡੇ ਨਾਲ ਰੂਬਰੂ ਹੋ ਰਿਹਾ ਇਸ ਵੇਲੇ ਦੀ ਵੱਡੀ ਅਪਡੇਟ ਲੈ ਕੇ ਕਿ ਦੀਵਾਲੀ ਦੇ ਟਾਈਮ ਤੇ ਪਿਛਲੇ ਸਾਲ 2020 ਦੇ ਵਿੱਚ ਦੀਵਾਲੀ ਤੇ ਲੁਧਿਆਣਾ ਸ਼ਹਿਰ ਤੋਂ ਇੱਕ ਆਵਾਜ਼ ਉੱਠੀ ਸੀ, ਜਿਹੜੀ ਸੀ ਬਹਾਦਰ ਕੇ ਰੋਡ ਡਾਈਂਗ ਟੈਕਸਟਾਈਲ ਇੰਡਸਟਰੀ ਦੇ ਪ੍ਰਧਾਨ ਤਰੁਣਜਨ ਬਾਵਾ ਜੀ ਦੀ, ਜਿਨ੍ਹਾਂ ਨੇ ਰੌਲਾ ਪਾਇਆ ਸੀ, ਇੱਕ ਮੁੱਦਾ ਚੱਕਿਆ ਸੀ ਬੁੱਢੇ ਨਾਲੇ ਨੂੰ ਲੈ ਕੇ। ਉਸ ਤੋਂ ਬਾਅਦ ਉਹਨਾਂ ਨੇ ਹੋਰ ਅੱਗੇ ਵਧਦੇ ਹੋਏ ਇੱਕ ਪਾਰਟੀ ਦੀ ਵੀ ਅਨਾਊਂਸਮੈਂਟ ਕੀਤੀ ਸੀ, ਜਿੱਥੇ ਬਹੁਤ ਸਾਰੇ ਕਿਸਾਨੀ ਨੇਤਾਵਾਂ ਨੂੰ ਜਾਂ ਆਲ ਓਵਰ ਇੰਡੀਆ ਤੋਂ ਨੇਤਾਵਾਂ ਨੂੰ ਵੀ ਬੁਲਾਏ ਸੀ, ਤੇ ਉਹ ਸਾਰੇ ਮੁੱਦੇ ਦੇ ਵਿੱਚ ਬਹੁਤ ਦੇਰ ਤੋਂ ਇੱਕ ਕਮਿਊਨੀਕੇਸ਼ਨ ਗੈਪ ਸੀ। ਸੋ ਅਸੀਂ ਇੱਕ ਵਾਰੀ ਫਿਰ ਅੱਜ ਰੂਬਰੂ ਹੋ ਰਹੇ ਹਾਂ ਤਰੁਣਜਨ ਬਾਵਾ ਜੀ ਨਾਲ। ਇਹਨਾਂ ਨੇ ਅਨਾਊਂਸਮੈਂਟ ਕੀਤੀ ਸੀ ਕਿ ਅਸੀਂ ਪਾਰਟੀ ਬਣਾ ਰਹੇ ਹਾਂ ਔਰ ਇਲੈਕਸ਼ਨ ਲੜ ਰਹੇ ਹਾਂ 2021 ਦਾ। ਸੋ ਵਪਾਰੀਆਂ ਨੂੰ ਇਕੱਠਾ ਕਰਕੇ ਵਪਾਰੀਆਂ ਵੱਲੋਂ ਇੱਕ ਅਨਾਊਂਸਮੈਂਟ ਜਿਹੜੀ ਇਹ ਕੀਤੀ ਗਈ ਸੀ। ਸੋ ਇਹ ਤਾਜ਼ਾ ਅਪਡੇਟ ਜਾਣਨ ਲਈ ਪਹੁੰਚੇ ਹੈ ਕਿ ਕੀ ਉਹ ਪਾਰਟੀ ਦਾ ਕੀ ਵਜੂਦ ਹੈ, ਕੀ ਇਲੈਕਸ਼ਨ ਲੜ ਰਹੇ ਹੈ, ਜਿਹੜੀ ਇਹਨਾਂ ਨੇ ਘੋਸ਼ਣਾਵਾਂ ਕੀਤੀਆਂ ਸੀ, ਉਹ ਜਿਹੜੀ ਅਨਾਊਂਸਮੈਂਟ ਹੈ ਉਹ ਕਿੱਥੇ ਤੱਕ ਐਗਜ਼ਿਸਟ ਕਰਦੀ ਹੈ। ਨਮਸਕਾਰ ਸਰ। ਬਹੁਤ ਬਹੁਤ ਮੇਰੇ ਲੁਧਿਆਣਾ ਦੇ ਸਾਰੇ ਨਿਵਾਸੀਆਂ ਨੂੰ, ਮੇਰੇ ਪੰਜਾਬ ਦੇ ਨਿਵਾਸੀਆਂ ਨੂੰ, ਮੇਰੇ ਭਾਰਤ ਦੇ ਨਿਵਾਸੀਆਂ ਨੂੰ ਮੇਰੀਆਂ ਬਹੁਤ ਬਹੁਤ ਨਮਸਕਾਰ ਜੀ। ਜੀ ਸਰ, ਤੁਸੀਂ ਬੜੇ ਗਹਿਮਾ ਗਹਿਮੀ ਦੇ ਵਿੱਚ ਇੱਕ ਬਹੁਤ ਵੱਡਾ ਪ੍ਰੋਗਰਾਮ ਕੀਤਾ ਸੀ ਲੁਧਿਆਣੇ ਸ਼ਹਿਰ 'ਚ, ਆਲ ਓਵਰ ਇੰਡੀਆ ਤੋਂ 32 ਸ਼ਹਿਰਾਂ ਤੋਂ ਤੁਸੀਂ ਬੰਦੇ ਬੁਲਾਏ ਸੀ, ਬਹੁਤ ਵੱਡੇ ਵੱਡੇ ਜਿਹੜੇ ਹੈਗੇ ਆ ਕਾਰੋਬਾਰੀ ਬੁਲਾਏ ਸੀ, ਔਰ ਅਨਾਊਂਸਮੈਂਟ ਹੋਈ ਸੀ ਕਿ ਅਸੀਂ 2021 ਦੇ ਇਲੈਕਸ਼ਨ ਲੜਾਂਗੇ। ਪਰ ਉਸ ਤੋਂ ਬਾਅਦ ਇੱਕ ਭਾਰਤੀ ਆਰਥਿਕ ਪਾਰਟੀ ਦਾ ਵੀ ਨਾਅਰਾ ਦਿੱਤਾ ਗਿਆ ਸੀ, ਅਸੀਂ ਇਹ ਬਣਾ ਰਹੇ ਹਾਂ। ਉਸ ਤੋਂ ਬਾਅਦ ਸਡਨਲੀ ਉਹ ਇੱਕ ਕਮਿਊਨੀਕੇਸ਼ਨ ਗੈਪ ਹੈ, ਇਹ ਕਿਹਾ ਜਾ ਸਕਦਾ ਹੈ ਕਿ ਸਾਨੂੰ ਪਤਾ ਹੀ ਨਹੀਂ ਕਿ ਉਹ ਪਾਰਟੀ ਰਜਿਸਟਰਡ ਹੋਈ ਹੈ ਨਹੀਂ ਹੋਈ ਹੈ। ਜਿਵੇਂ ਕੈਪਟਨ ਸਾਹਿਬ ਨੂੰ ਵੀ ਪਿੱਛੇ ਇੱਕ ਪੈ ਗਿਆ ਸੀ ਪੜ੍ਹਨੇ ਕਿ ਉਹ ਪਾਰਟੀ ਦਾ ਚੁਣਾਵ ਚਿੰਨ੍ਹ ਕਲੀਅਰ ਨਹੀਂ ਹੋਇਆ ਸੀ। ਸੋ ਕੀ ਸਾਨੂੰ ਦੱਸੋ ਕਿ ਕੀ ਤੁਹਾਡੀ ਉਹ ਜਿਹੜੀ ਅਨਾਊਂਸਮੈਂਟ ਸੀ ਉਹ ਕਾਗਜ਼ਾਂ ਤੱਕ ਹੀ ਸੀਮਿਤ ਰਹਿ ਗਈ ਸੀ ਜਾਂ ਉਹ ਵਾਕਈ ਹਜੇ ਵੀ ਐਗਜ਼ਿਸਟ ਕਰਦੀ ਹੈ? ਸੰਦੀਪ ਜੀ, ਇਸ ਤਰ੍ਹਾਂ ਹੈ, ਤਕਰੀਬਨ ਦੀਵਾਲੀ ਤੋਂ ਕੁਝ ਦਿਨ ਪਹਿਲੇ ਲਾਸਟ ਈਅਰ ਤੁਸੀਂ ਮੇਰੀ ਇੰਟਰਵਿਊ ਲਈ ਸੀਗੀ, ਜਿਸ ਦੇ ਵਿੱਚ ਮੈਂ ਮੁੱਦਾ ਚੱਕਿਆ ਸੀਗਾ 650 ਕਰੋੜ ਰੁਪਏ ਦਾ, ਜਿਹੜਾ ਕਿ ਬੁੱਢੇ ਨਾਲੇ ਦਾ ਸਾਡੇ ਪਹਿਲੇ ਜਿਹੜੇ ਸੀਐਮ ਸੀਗੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਫੰਡ ਸੈਂਕਸ਼ਨ ਕੀਤਾ ਸੀਗਾ, ਉਸ ਦੇ ਖਿਲਾਫ ਮੈਂ ਮੁੱਦਾ ਚੱਕਿਆ ਸੀਗਾ। ਉਸ ਦੀ ਬਹੁਤ ਜ਼ੋਰ ਸ਼ੋਰ ਦੇ ਨਾਲ ਗੁਰੂ ਨਾਨਕ ਭਵਨ ਦੇ ਵਿੱਚ ਮੀਟਿੰਗ ਵੀ ਹੋਈ, ਉਹ ਵੀ ਤੁਹਾਨੂੰ ਪਤਾ ਹੈ ਜੀ। ਉਸ ਦੇ ਸਾਰੇ ਡਾਕੂਮੈਂਟਸ ਵੀ ਸਾਰੇ ਮੈਂ ਪਬਲਿਕਲੀ ਪੇਸ਼ ਕੀਤੇ, ਪਰ ਉਸ ਤੋਂ ਬਾਵਜੂਦ ਵੀ ਇਹਨਾਂ ਨੇ ਕੁਝ ਵੀ, ਪੰਜਾਬ ਗਵਰਨਮੈਂਟ ਨੇ ਉਸ ਦੇ ਉੱਪਰ ਐਕਸ਼ਨ ਨਹੀਂ ਲਿਆ। ਉਲਟਾ ਪਿੱਛੋਂ ਦੀ ਫਰੈਸ਼ ਵਾਟਰ ਦਰਿਆ ਦਾ ਉਹਦੇ ਵਿੱਚ ਛੱਡ ਦਿੱਤਾ, ਔਰ ਕਿੰਨੇ ਕਿਊਸਿਕ ਛੱਡਿਆ ਐਗਜ਼ੈਕਟਲੀ ਤਾਂ ਮੈਨੂੰ ਨਹੀਂ ਪਤਾ, ਔਰ ਉਹ ਕਹਿੰਦੇ ਜੀ ਬੁੱਢਾ ਨਾਲਾ ਸਾਫ਼ ਹੋ ਗਿਆ। ਉਹ 650 ਕਰੋੜ ਦਾ ਜਿਹੜਾ ਮੈਂ ਤਾਂ ਕਹਾਂਗਾ ਵੀ ਘੁਟਾਲਾ, ਮੈਂ ਤਾਂ ਸਰੇਆਮ ਲਾਸਟ ਈਅਰ ਵੀ ਕਿਹਾ ਸੀਗਾ, ਮੈਂ ਹੁਣ ਵੀ ਕਹਿੰਦਾ ਵੀ ਉਹ 325 ਕਰੋੜ ਦਾ ਕੰਮ ਹੀ ਨਹੀਂ ਸੀਗਾ। ਇਸੇ ਪ੍ਰਕਾਰ ਦੇ ਹੋਰ ਕਈ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਲੋਕ ਬੜੇ ਤਰਸਤ ਨੇ, ਨਾ ਕੇਵਲ ਪੰਜਾਬ ਦੀ ਸਰਕਾਰ ਤੋਂ ਅਪੀਤੂ ਕੇਂਦਰ ਸਰਕਾਰ ਤੋਂ ਵੀ ਲੋਕੀ ਬਹੁਤ ਤਰਸਤ ਨੇ। ਇਸ ਕਰਕੇ ਅਸੀਂ ਆਲ ਓਵਰ ਇੰਡੀਆ ਦੇ ਜਿਹੜੇ ਸਾਡੇ ਵਪਾਰੀ ਨੇ, ਅਸੀਂ ਦਿੱਲੀ 'ਚ ਇੱਕ ਮੀਟਿੰਗ ਕੀਤੀ ਸੀਗੀ ਤੇ ਅਸੀਂ ਫੈਸਲਾ ਲਿਆ ਵੀ ਅਸੀਂ ਕੱਤਿਕਨ ਭਿਖਾਰੀਆਂ ਦੀ ਤਰ੍ਹਾਂ ਦੇ ਉੱਤੇ ਇਹਨਾਂ ਨੂੰ, ਇਹਨਾਂ ਦੇ ਦਰਾਂ ਤੇ, ਪੋਲੀਟੀਕਲ ਲੀਡਰਸ ਦੇ ਦਰਾਂ ਤੇ ਖੜਾਂਗੇ, ਅਫਸਰਾਂ ਦੇ ਦਰਾਂ ਤੇ ਖੜਾਂਗੇ। ਅਸੀਂ ਆਪਣੀ ਨਈਆ ਦੇ ਖਵਈਆ ਖੁਦ ਕਿਉਂ ਨਾ ਬਣੀਏ। ਤੇ 9 ਅਗਸਤ ਜਿਸ ਦਿਨ ਵਪਾਰੀ ਦਿਵਸ ਸੀਗਾ, ਉਸ ਦਿਨ 29 ਸਟੇਟਾਂ ਦੇ ਔਰ 6 ਯੂਨੀਅਨ ਟੈਰੀਟਰੀਜ਼ ਦੇ ਜਿੰਨੇ ਵੀ ਵੱਡੇ ਵਪਾਰੀ ਸੀਗੇ ਉਹਨਾਂ ਨੂੰ ਬੁਲਾ ਕੇ ਅਸੀਂ ਇੱਕ ਬਹੁਤ ਵੱਡਾ ਵਪਾਰੀ ਦਿਵਸ ਮਨਾਇਆ। ਔਰ ਉਸ ਦੇ ਵਿੱਚ ਸ਼ਾਇਦ ਤੁਹਾਨੂੰ ਯਾਦ ਹੋਏਗਾ, ਅਸੀਂ ਇੱਕ ਬਹੁਤ ਵੱਡੇ ਕਿਸਾਨਾਂ ਦੇ ਲੀਡਰ ਸੀਗੇ ਸਰਦਾਰ ਗੁਰਨਾਮ ਸਿੰਘ ਚੜੂਣੀ ਜੀ, ਅਸੀਂ ਉਹਨਾਂ ਨੂੰ ਵੀ ਕਿਹਾ ਸੀਗਾ ਵੀ ਤੁਸੀਂ ਉੱਥੇ ਆਓ ਤੇ ਤੁਸੀਂ ਅੱਗੇ ਲੱਗੋ। ਤੁਸੀਂ ਵੀ ਸੈਂਟਰ ਗਵਰਨਮੈਂਟ ਦੀ ਪਾਲਿਸੀਜ਼ ਤੋਂ ਪਰੇਸ਼ਾਨ ਹੋ, ਜਿਹੜੇ ਬਿਲਸ ਵਗੈਰਾ ਦੇ ਪਿੱਛੇ ਅੱਜ ਸਾਡੇ ਕਿਸਾਨ ਭਰਾ ਪਿਛਲੇ 11 ਮਹੀਨਿਆਂ ਤੋਂ ਉੱਥੇ ਬੈਠੇ ਨੇ,
ਤੇ ਅਸੀਂ ਚੁਣਨੀ ਸਾਹਿਬ ਨੂੰ ਕਿਹਾ ਸੀ ਵੀ ਤੁਸੀਂ ਅੱਗੇ ਲੱਗੋ, ਸਾਡੇ ਵਾਸਤੇ ਤੁਸੀਂ ਸਾਡੇ ਸੀਐਮ ਦੇ ਕੈਂਡੀਡੇਟ ਵੀ ਹੈਗੇ ਹੋ, ਸਾਨੂੰ ਮਨਜ਼ੂਰ ਹੈ, ਕਿਸਾਨ ਭਰਾ ਅੱਗੇ ਲੱਗਣ, ਕਿਉਂਕਿ ਕਿਸਾਨ ਔਰ ਵਪਾਰੀ ਦਾ ਨੋ ਮਾਸ ਦਾ ਰਿਸ਼ਤਾ ਹੈ। ਹੁਣ ਅਸੀਂ ਪਾਰਟੀ ਦੀ ਅਨਾਉਂਸਮੈਂਟ ਵੀ ਕਰ ਦਿੱਤੀ। ਪਾਰਟੀ ਦੀ ਰਜਿਸਟ੍ਰੇਸ਼ਨ ਦਾ ਪ੍ਰੋਸੈਸ ਅੰਡਰ ਪ੍ਰੋਸੈਸ ਹੈਗਾ। ਸਾਨੂੰ ਜਿਹੜੀ ਭਾਰਤੀ ਆਰਥਿਕ ਪਾਰਟੀ, ਜਿਹੜੀ ਸਾਡੀ ਪਾਰਟੀ ਦਾ ਨਾਮ ਅਸੀਂ ਰੱਖਿਆ, ਉਹ ਨਾਮ ਸਾਨੂੰ ਅਪਰੂਵਲ ਮਿਲ ਗਈ ਹੈਗੀ ਹੈ। ਬਟ ਉਸ ਦੇ ਉੱਪਰ ਕੁਝ 110 ਜਿਹੜੇ ਪ੍ਰਸਤਾਵਨਾ ਕਰਦੇ ਨੇ, ਉਹ ਕੁਝ ਮੈਂਬਰਾਂ ਦੇ ਐਫੀਡੇਵਿਟ ਦੇ ਉੱਪਰ ਆਬਜੈਕਸ਼ਨ ਲੱਗੀ ਸੀਗੀ, ਉਹ ਵੀ ਕਲੀਅਰ ਹੋ ਗਈ ਹੈਗੀ ਹੈ। ਤੇ ਮੈਨੂੰ ਉਮੀਦ ਹੈ ਵੀ 10-15 ਦਿਨਾਂ ਵਿੱਚ ਸਾਨੂੰ ਪਾਰਟੀ ਦੀ ਰਜਿਸਟ੍ਰੇਸ਼ਨ ਵਿਧੀਵਤ ਤਰੀਕੇ ਨਾਲ ਆ ਜਾਊਗੀ। ਜੇ ਕਿਤੇ ਨਹੀਂ ਵੀ ਆਂਦੀ, ਕਿਸੇ ਵਜ੍ਹਾ ਦੇ ਨਾਲ ਪਾਰਟੀ ਦੀ ਰਜਿਸਟ੍ਰੇਸ਼ਨ ਨਹੀਂ ਵੀ ਆਂਦੀ, ਅਸੀਂ ਫਿਰ ਵੀ ਦ੍ਰਿੜ ਸੰਕਲਪ ਦੇ ਨਾਲ ਵਪਾਰੀ ਆਉਣ ਵਾਲੇ ਪੰਜਾਬ ਵਿਧਾਨ ਸਭਾ 2022 ਦੇ ਚੁਣਾਵ ਅਸੀਂ ਲੜਾਂਗੇ। ਆਪਣੇ ਮਜ਼ਦੂਰ ਭਰਾਵਾਂ ਦੇ ਨਾਲ ਮਿਲ ਕੇ ਲੜਾਂਗੇ, ਅਸੀਂ ਕਿਸਾਨ ਭਰਾਵਾਂ ਨਾਲ ਮਿਲ ਕੇ ਲੜਾਂਗੇ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, 9 ਅਗਸਤ ਤੋਂ ਬਾਅਦ ਅੱਜ ਤਰੀਕ ਆ ਗਈ ਹੈਗੀ ਹੈ 3 ਸੈਪਟੰਬਰ ਜੀ। ਤਕਰੀਬਨ 2 ਮਹੀਨੇ ਦੀ ਐਕਸਰਸਾਈਜ਼ ਦੇ ਵਿੱਚ ਅਸੀਂ ਆਪਣੇ ਨਾਲ ਯੂਨਾਈਟਿਡ ਅਕਾਲੀ ਦਲ, ਉਹਨਾਂ ਦੇ ਅਧਿਕਸ਼ ਹੈਗੇ ਹੈ ਸਰਦਾਰ ਗੁਰਦੀਪ ਸਿੰਘ ਜੀ ਬਠਿੰਡਾ ਸਾਹਿਬ ਜੀ, ਪੰਜਾਬ ਬਹੁਜਨ ਸਮਾਜ ਪਾਰਟੀ ਜੀ, ਬਹੁਜਨ ਸਮਾਜ ਪਾਰਟੀ ਜਿਸ ਦੀ ਅਧਿਕਸ਼ ਮਾਇਆਵਤੀ ਸੀਗੀ, ਉਹਨਾਂ ਨੇ ਅਕਾਲੀ ਦਲ ਦੇ ਨਾਲ ਸਮਝੌਤਾ ਕੀਤਾ ਸੀਗਾ ਜੀ। ਉਹਨਾਂ ਦੇ ਜਿਹੜੇ ਅਧਿਕਸ਼ ਸੀਗੇ ਪੰਜਾਬ ਦੇ ਸੀਗੇ ਸਰਦਾਰ ਰਜਪਾਲ ਸਿੰਘ ਰਾਜੂ ਜੀ, ਉਹਨਾਂ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀਗਾ ਔਰ ਉਹਨਾਂ ਨੇ ਨਵੀਂ ਪਾਰਟੀ ਬਣਾ ਲਈ ਹੈਗੀ ਹੈ ਪੰਜਾਬ ਬਹੁਜਨ ਸਮਾਜ ਪਾਰਟੀ। ਠੀਕ ਹੈ ਜੀ। ਉਸ ਦੇ ਉਹ ਚੇਅਰਮੈਨ ਬਣੇ ਨੇ, ਉਹਨਾਂ ਦੇ ਨਾਲ ਸਾਡਾ ਗਠਬੰਧਨ ਹੋ ਗਿਆ ਜੀ। ਸ਼੍ਰੀ ਰਾਜਿੰਦਰ ਸਿੰਘ ਰਾਣਾ ਜੀ ਆ ਬਹੁਜਨ ਮੁਕਤੀ ਮੋਰਚਾ ਦੇ ਅਧਿਕਸ਼ ਨੇ, ਇਹਨਾਂ ਨਾਲ ਸਾਡਾ ਸਮਝੌਤਾ ਹੋ ਗਿਆ ਜੀ। ਤੇ ਰਿਪਬਲਿਕ ਪਾਰਟੀ ਏਕਤਾ ਬਲ ਜੀ, ਇਹਨਾਂ ਦੇ ਨਾਲ ਸਾਡਾ ਸਮਝੌਤਾ ਹੋ ਗਿਆ ਔਰ ਅਸੀਂ ਸਾਰਿਆਂ ਨੇ ਮਿਲ ਕੇ ਇੱਕ ਪੰਜਾਬ ਮੁਕਤੀ ਮੋਰਚਾ ਜੀ ਅਸੀਂ ਬਣਾ ਲਿਆ ਹੈਗਾ। ਅਸੀਂ ਆਉਣ ਵਾਲੇ ਟਾਈਮ 'ਚ ਅਗਰ ਪਾਰਟੀ ਦੀ ਰਜਿਸਟ੍ਰੇਸ਼ਨਾਂ ਹੋਣ ਨਾ ਹੋਣ, ਅਸੀਂ ਪੰਜਾਬ ਮੁਕਤੀ ਮੋਰਚਾ ਦੇ ਹੈੱਡ ਦੇ ਅੰਡਰ ਜੀ ਅਸੀਂ ਸਾਰੇ ਆ ਜਿੰਨੇ ਦਲ ਇਕੱਠੇ ਹੋ ਰਹੇ ਨੇ ਔਰ ਤਕਰੀਬਨ 8-10 ਹੋਰ ਸੰਗਠਨ ਜੀ ਉਹ ਸਾਡੇ ਨਾਲ ਰਲਣ ਨੂੰ ਤਿਆਰ ਹੋ ਰਹੇ ਹੈਗੇ ਨੇ, ਜਿਹੜੇ ਕਿ ਅਕਾਲੀ ਦਲ 'ਚੋਂ, ਕਾਂਗਰਸ 'ਚੋਂ, ਬੀਜੇਪੀ 'ਚੋਂ, ਆਮ ਆਦਮੀ ਪਾਰਟੀ 'ਚੋਂ ਵੀ ਆ ਰਹੇ ਨੇ। ਉਹਨਾਂ 'ਚੋਂ ਜਿਹੜੇ ਅੱਛੇ ਬੰਦਿਆਂ ਨੂੰ ਅਸੀਂ ਨਾਲ ਲੈ ਕੇ ਤੇ ਅਸੀਂ ਆਪਣੇ ਦਲ ਨੂੰ ਹੋਰ ਮਜ਼ਬੂਤ ਔਰ ਵੱਡਾ ਕਰਾਂਗੇ ਔਰ ਨਿਸ਼ਚਿਤ ਰੂਪ ਨਾਲ ਪੰਜਾਬ ਵਿਧਾਨ ਸਭਾ 2022 ਦੇ ਇਲੈਕਸ਼ਨ ਲੜਾਂਗੇ ਔਰ ਇੱਥੇ ਆਪਣੀ ਸਰਕਾਰ ਖੁਦ ਹੀ ਬਣਾਵਾਂਗੇ। ਔਰ ਜਿਹੜੇ ਮਸਲਿਆਂ ਵਾਸਤੇ ਅੱਜ ਸਾਨੂੰ ਦਰ ਦੇ ਭਿਖਾਰੀਆਂ ਦੇ ਮੰਗੋਂ ਇਹਨਾਂ ਨੂੰ ਅੱਜ ਮਿੰਨਤਾਂ ਤਰਲੇ ਕਰਨੀਆਂ ਪੈਂਦੀਆਂ। ਕੱਲ੍ਹ ਹੀ ਅਸੀਂ ਸੀਐਮ ਸਾਹਿਬ ਦਾ ਘਰ ਦਾ, ਚੰਨੀ ਸਾਹਿਬ ਦਾ ਘਰ ਦਾ ਘਿਰਾਵ ਕੀਤਾ। ਸਾਡੇ ਉਹਦੇ ਵਿੱਚ ਕਈ ਮੁੱਦੇ ਸੀਗੇ, ਉਹ ਸਾਰੇ ਸੋਸ਼ਲ ਮੀਡੀਆ 'ਚ ਔਰ ਅਖਬਾਰਾਂ 'ਚ ਆ ਗਏ ਨੇ ਤੇ ਉਹੀ ਮੁੱਦਿਆਂ ਨੂੰ ਲੈ ਕੇ ਅਸੀਂ ਚੁਣਾਵ ਲੜਾਂਗੇ ਔਰ ਆਪਣੀ ਸਰਕਾਰ ਬਣਾਵਾਂਗੇ ਤਾਂ ਕਿ ਅਸੀਂ ਪੰਜਾਬ ਨੂੰ ਇੱਕ ਨਵੇਂ ਪੰਜਾਬ ਦੀ, ਇੱਕ ਸਵੈ ਨਿਰਭਰ ਪੰਜਾਬ ਦੀ ਸਥਾਪਨਾ ਕਰੀਏ। ਸਰ, ਮੈਂ ਗੱਲਬਾਤ ਪੁੱਛਣਾ ਚਾਹਾਂਗਾ, ਲਗਭਗ ਫਰਵਰੀ ਦੇ ਵਿੱਚ ਇਲੈਕਸ਼ਨ ਹੈ ਜੋ ਪ੍ਰੋਜੈਕਟਡ ਹੈਗੇ, ਪ੍ਰਸਤਾਵਿਤ ਹੈਗੇ, ਪ੍ਰਪੋਜ਼ਡ ਹੈਗੇ ਹੈ, ਤੇ ਹਜੇ ਤੱਕ ਤੁਹਾਡਾ ਇਨਫਰਾਸਟ੍ਰਕਚਰ ਖੜਾ ਨਹੀਂ ਹੋਇਆ ਪਾਰਟੀ ਦਾ ਪ੍ਰੋਪਰ। ਹਜੇ ਇਹ ਨਹੀਂ ਪਤਾ ਲੁਧਿਆਣੇ ਦੇ ਪ੍ਰਧਾਨ ਸੰਗਠਨ ਬਣਿਆ ਨਹੀਂ, ਕਿੱਦਾਂ ਐਡਾ ਵੱਡਾ ਇਲੈਕਸ਼ਨ ਲੜ ਲਓਗੇ? ਹਾਲ ਦੀ ਘੜੀ ਅਸੀਂ ਜੋ ਭਾਰਤੀ ਆਰਥਿਕ ਪਾਰਟੀ ਹੈ ਉਸ ਦਾ ਪੰਜਾਬ ਦੇ ਜੋ ਅਧਿਕਸ਼ ਹੈ ਸਰਦਾਰ ਹਰਕਿਰਤ ਸਿੰਘ ਜੀ ਰਾਣਾ, ਜੋ ਕਿ ਹਜ਼ੂਰੀ ਰੋਡ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਵੀ ਨੇ, ਉਹਨਾਂ ਨੂੰ ਪੰਜਾਬ ਦਾ ਅਧਿਕਸ਼ ਬਣਾਇਆ ਹੈਗਾ। ਤੇ ਬਹੁਤ ਜਲਦੀ ਆਉਣ ਵਾਲੇ 15 ਦਿਨਾਂ ਵਿੱਚ ਹੀ ਅਸੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਅਧਿਕਸ਼ ਵੀ ਚੁਣ ਲਾਂਗੇ, ਅਸੀਂ ਵਾਰਡਾਂ ਦੇ ਪ੍ਰਧਾਨ ਵੀ ਚੁਣ ਲਾਂਗੇ ਤੇ ਸੰਗਠਨ ਸਾਡਾ ਆਲਰੇਡੀ ਸਾਡਾ ਬਣਿਆ ਦਾ ਹੈਗਾ। ਸਿਰਫ ਨਾਮਾਂ ਦੀ ਘੋਸ਼ਣਾ ਕਰਨੀ ਹੈ। ਕਿਉਂਕਿ ਹਰ ਸ਼ਹਿਰ ਦੇ ਵਿੱਚ ਸਾਡੇ ਵਪਾਰੀਆਂ ਦੀ ਐਸੋਸੀਏਸ਼ਨਸ ਹੈਗੀਆਂ, ਅਸੀਂ ਉਹਨਾਂ ਵਿੱਚੋਂ ਹੀ ਨੁਮਾਇੰਦੇ ਚੁਣਨੇ ਆ। ਤੇ ਜਿਹੜੇ ਮੈਂ ਇੱਥੇ ਪੁੱਛਣਾ ਚਾਹਾਂਗਾ, ਤੁਸੀਂ ਚਲੋ ਸੰਗਠਨ ਬਣਾ ਲਓਗੇ, ਹੁਣ ਕੀ ਏਜੰਡਾ ਰਹੇਗਾ? ਕਿਉਂ ਤੁਹਾਨੂੰ, ਜਿੱਥੇ ਗੱਲਬਾਤ ਕਰੀਏ ਕਿ ਏਡੇ ਵੱਡੇ ਰਾਜਨੀਤਿਕ ਪਾਰਟੀਆਂ ਹੈਗੀਆਂ, ਰਾਜਨੀਤਿਕ ਦਲ ਹੈ ਜਿਹੜੇ ਇੰਨੇ ਸਾਲਾਂ ਤੋਂ ਤਜਰਬਾ ਹੈ, ਤੁਹਾਨੂੰ ਲੋਕਾਂ ਨੂੰ ਵਪਾਰ ਕਰਨ ਦਾ ਤਾਂ ਤਜਰਬਾ ਹੋ ਸਕਦਾ ਹੈ, ਰਾਜਨੀਤੀ ਦਾ ਸ਼ਾਇਦ ਤੁਹਾਨੂੰ ਉਹਨਾਂ ਤਜਰਬਾ ਨਾ ਹੋਵੇ ਹਜੇ। ਸੋ ਕਿੱਦਾਂ ਇੰਨੇ ਘੱਟ ਸਮੇਂ ਦੇ ਵਿੱਚ ਤੁਸੀਂ ਇੰਨਾ ਵਧੀਆ ਮਤਲਬ ਕੈਂਡੀਡੇਟ ਵੀ ਅਨਾਊਂਸ ਕਰ ਲਓਗੇ? ਇਲੈਕਸ਼ਨ ਤੁਸੀਂ ਕਹਿ ਰਹੇ ਹੋ ਕਿ ਅਸੀਂ ਲੜ ਵੀ ਲਵਾਂਗੇ ਤੇ ਜਿੱਤ ਵੀ ਜਾਵਾਂਗੇ, ਮਤਲਬ ਥੋੜ੍ਹਾ ਜਿਹਾ ਐਂ ਨਹੀਂ ਲੱਗਦਾ ਕਿ ਅਸੀਂ ਕਲੇਮ ਦਾਅਵੇ ਬੜੇ ਵੱਡੇ ਕਰ ਰਹੇ ਹਾਂ, ਜੇ ਕਿਤੇ ਅਸੀਂ ਫਿਸਲ ਜਾਂਦੇ ਹਾਂ, ਨਹੀਂ ਪਾਸ ਹੁੰਦੇ ਐਗਜ਼ਾਮ ਦੇ ਵਿੱਚ, ਤੇ ਵਪਾਰੀਆਂ ਦੀ, ਪੂਰੇ ਵਪਾਰੀ ਸਮੂਹ ਦੀ ਬਦਨਾਮੀ ਹੋਏਗੀ? ਦੇਖੋ, ਇਸ ਤਰ੍ਹਾਂ ਹੈ, ਅਸੀਂ ਸਿੱਧੇ ਸਾਦੇ ਵਪਾਰੀ ਹਾਂ ਜੀ ਔਰ ਦੁਖੀ ਵਪਾਰੀ ਹਾਂ।
ਸਾਨੂੰ ਰਾਜਨੀਤੀ ਨਹੀਂ ਕਰਨੀ ਆਉਂਦੀ। ਇਹੀ ਤਾਂ ਅਸੀਂ ਕਹਿ ਰਹੇ ਹਾਂ ਕਿ ਤੁਸੀਂ ਸਿੱਧੇ ਸਾਦੇ ਵਪਾਰੀ ਹੋ, ਤੁਹਾਨੂੰ ਰਾਜਨੀਤੀ ਨਹੀਂ ਕਰਨੀ ਆਉਂਦੀ। ਰਾਜਨੀਤੀ ਅੱਗਿਆਂ ਨੇ ਜੇ ਹਲਕੀ ਜੀ ਗੁਗਲੀ ਪਾਈ ਤੇ ਆਪਾਂ ਉਸ ਗੁਗਲੀ 'ਚ ਐਸੇ ਬੋਲਡ ਹੋਵਾਂਗੇ ਕਿ ਵਪਾਰੀ ਏਕਤਾ ਪੂਰੀ ਬਦਨਾਮ ਹੋ ਜਾਏਗੀ। ਸੰਦੀਪ ਜੀ, ਸਾਡੇ ਇੱਕ ਬਹੁਤ ਵੱਡੀ ਆਸਾ ਦਾ ਪ੍ਰਤੀਕ ਹੈ ਸਾਡਾ ਹਰਮੰਦਰ ਸਾਹਿਬ। ਜੀ। ਹਰਮੰਦਰ ਸਾਹਿਬ ਦੇ ਵਿੱਚ ਸ਼ਾਇਦ ਤੁਸੀਂ ਕਦੀ ਗੌਰ ਕੀਤਾ ਹੋਣਾ, ਗਏ ਤਾਂ ਤੁਸੀਂ ਵੀ ਹੋਵੋਗੇ ਇੱਥੇ ਦਰਸ਼ਨ ਕਰਨ ਵਾਸਤੇ। ਬਿਲਕੁਲ ਗਏ, ਬੜੀ ਵਾਰੀ ਉੱਥੇ 2 ਧਵਜ ਲੱਗੇ ਆ। ਬਿਲਕੁਲ ਲੱਗੇ ਹੋਏ ਜੀ। ਇੱਕ ਵੱਡਾ ਝੰਡਾ ਲੱਗਿਆ ਜੀ ਔਰ ਇੱਕ ਛੋਟਾ ਝੰਡਾ ਲੱਗਿਆ। ਜੀ ਇੱਦਾਂ ਹੀ। ਵੱਡਾ ਝੰਡਾ ਜਿਹੜਾ ਹੈਗਾ ਉਹ ਲੱਗਿਆ ਹੈਗਾ ਧਰਮ ਦਾ, ਔਰ ਛੋਟਾ ਝੰਡਾ ਲੱਗਿਆ ਹੈਗਾ ਰਾਜ ਦਾ। ਦਸ਼ਮ ਪਿਤਾ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਵੀ ਕਿਹਾ ਬਈ ਅਗਰ ਤੁਸੀਂ ਰਾਜ ਕਰਨਾ ਹੈ ਤੇ ਧਰਮ ਦੇ ਮਾਰਗ ਦੇ ਉੱਪਰ ਚੱਲਦੇ ਹੋਏ ਤੁਸੀਂ ਰਾਜ ਕਰਨਾ ਹੈ, ਕਿਉਂਕਿ ਵੱਡਾ ਧਵਜਾ ਹੈਗਾ ਧਰਮ ਦਾ। ਅਸੀਂ ਵੀ ਜਿਹੜਾ ਰਾਜਨੀਤੀ 'ਚ ਪ੍ਰਵੇਸ਼ ਕਰਨ ਜਾ ਰਹੇ ਹਾਂ, ਜੀ। ਅਸੀਂ ਤਾਂ ਵਾਹਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਾਤਾ ਰਾਣੀ ਨੂੰ ਹਾਜ਼ਰ ਨਾਜ਼ਰ ਰੱਖ ਕੇ, ਪਰਮ ਪਿਤਾ ਪਰਮੇਸ਼ਵਰ ਨੂੰ ਹਾਜ਼ਰ ਨਾਜ਼ਰ ਰੱਖ ਕੇ ਨਿਸਵਾਰਥ ਭਾਵ ਦੇ ਨਾਲ ਅਸੀਂ ਤਾਂ ਧਰਮ ਨੀਤੀ ਦੇ ਉੱਪਰ ਚੱਲਦੇ ਹੋਏ ਅਸੀਂ ਰਾਜਨੀਤੀ ਵਿੱਚ ਪ੍ਰਵੇਸ਼ ਕਰ ਰਹੇ ਹਾਂ। ਤੇ ਸਾਡਾ ਸਹਾਈ ਉਹ ਪਰਮ ਪਿਤਾ ਪਰਮੇਸ਼ਵਰ ਹੀ ਹੋਊਗਾ। ਔਰ ਦੂਸਰੀ ਗੱਲ ਮੈਂ ਤੁਹਾਨੂੰ ਦੱਸਦਾ, ਅੱਜ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਉਸ ਸਮੇਂ ਬਾਦਲ ਸਾਹਿਬ ਚੀਫ ਮਿਨਿਸਟਰ ਸੀਗੇ, ਔਰ ਜਿਹੜਾ ਬਹਿਬਲ ਕਲਾਂ ਗੋਲੀकांड ਹੋਇਆ, ਉੱਥੇ ਭੋਲੇ ਭਾਲੇ ਜਿਹੜੇ ਉੱਥੇ ਧਰਨਾ ਦੇ ਕੇ ਬੰਦੇ ਬੈਠੇ ਸੀਗੇ, ਉਹਨਾਂ ਵਿੱਚ ਸਾਡੇ ਸਿੱਖ ਭਰਾ ਸ਼ਹੀਦ ਹੋਏ। ਉਹਦਾ ਜੇ ਨਾ ਇਨਸਾਫੀ ਜਿਹੜੀ ਐਡੀ ਵੱਡੀ ਹੋਈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਉਹਦਾ ਇਨਸਾਫ ਬਾਦਲ ਸਾਹਿਬ ਨੇ ਨਹੀਂ ਦਿੱਤਾ, ਤੇ ਉਹਦਾ ਸਦਕਾ ਹੈ ਵੀ ਉਹ ਪਰਮ ਪਿਤਾ ਪਰਮੇਸ਼ਵਰ ਨੇ ਉਹਨਾਂ ਨੂੰ ਕੱਢ ਕੇ ਬਾਹਰ ਮਾਰਿਆ। ਹੁਣ ਤੁਸੀਂ ਦੂਸਰਾ ਦੇਖੋ, ਕੈਪਟਨ ਸਾਹਿਬ ਨੇ ਹੱਥ ਦੇ ਵਿੱਚ ਗੁਟਕਾ ਸਾਹਿਬ ਨੂੰ ਫੜ ਕੇ ਸ਼ਪਥ ਲਈ ਸੀ ਵੀ ਮੈਂ 3 ਮਹੀਨਿਆਂ ਦੇ ਵਿੱਚ ਆਂਦੇ ਸਾਰ ਹੀ ਮੈਨੂੰ ਵੋਟ ਦੇ ਕੇ ਸੀਐਮ ਬਣਾ ਦਿਓ, ਮੈਂ ਨਸ਼ਾ ਦੂਰ ਕਰ ਦੂੰਗਾ। ਤੇ ਉਹਨਾਂ ਨੇ ਉਹਨਾਂ ਦੀ ਗੁਰੂਆਂ ਦੀ ਬਾਣੀ ਦੇ ਉੱਪਰ ਨਹੀਂ ਚੱਲੇ, ਤੇ ਉਹਨਾਂ ਦਾ ਹਾਲ ਦੇਖ ਲਓ ਬਈ ਇਸ 80-81 ਸਾਲ ਦੀ ਉਮਰ 'ਚ ਕਿੰਨਾ ਜ਼ਲੀਲ ਹੋ ਕੇ ਉਹ ਕਾਂਗਰਸ ਚੋਂ ਨਿਕਲੇ। ਇਸ ਕੁੱਲ ਮਿਲਾ ਕੇ ਅੱਜ ਦਾ ਮੁੱਦਾ ਇਹ ਹੈ ਮਹਿੰਗਾਈ। ਅੱਜ ਚਾਹੇ ਸੈਂਟਰ ਦੀ ਸਰਕਾਰ ਹੋਵੇ ਚਾਹੇ ਸਟੇਟ ਦੀ ਸਰਕਾਰਾਂ ਹੋਣ, ਆਮ ਆਦਮੀ ਤਰਸਤ ਹੋ ਚੁੱਕਾ ਹੈ। ਮਹਿੰਗਾਈ ਇੱਦਾਂ ਦੇ ਹਾਲਾਤ ਹੋ ਗਏ ਕਿ ਚਾਹੇ ਪੈਟਰੋਲ ਦੀ ਕੀਮਤਾਂ ਲੈ ਲਓ, ਚਾਹੇ ਰॉ ਮਟੀਰੀਅਲ ਲੈ ਲਓ, ਹਰ ਚੀਜ਼ ਸਵੇਰੇ ਕੁਛ ਹੁੰਦਾ, ਸ਼ਾਮ ਨੂੰ ਕੁਛ ਹੁੰਦਾ। ਵਪਾਰੀ, ਤੁਸੀਂ ਤਾਂ ਵਪਾਰੀ ਹੋ, ਤੁਸੀਂ ਖੁਦ ਤਰਸਤ ਹੋ ਇਸ ਚੀਜ਼ ਤੋਂ। ਸੋ ਲੋਕਾਂ ਨੂੰ ਤਾਂ ਮਹਿੰਗਾਈ ਤੋਂ ਰਾਹਤ ਕਿੱਦਾਂ ਮਿਲੇਗੀ? ਲੋਕਾਂ ਦੇ ਮੁੱਦੇ ਤਾਂ ਇਹ ਹੈ। ਠੀਕ ਹੈ, ਜੋ ਅਸੀਂ ਨਹੀਂ ਕਹਿੰਦੇ ਜੋ ਪਿੱਛੇ ਹੋਇਆ ਉਹ ਬਹੁਤ ਮਾੜਾ ਹੋਇਆ, ਨਿੰਦਨੀय ਸੀਗਾ, ਪਰ ਅੱਜ ਦੀ ਲੋਕਾਂ ਦੀ ਲੜਾਈ ਬਦਲ ਚੁੱਕੀ ਹੈ। ਅੱਜ ਲੋਕਾਂ, ਆਮ ਆਦਮੀ ਦੀ ਜਿਹੜੀ ਲੜਾਈ ਹੈ ਉਹ ਹੈ ਰੋਟੀ, ਕੱਪੜਾ, ਮਕਾਨ। ਅੱਜ ਤਿੰਨੋਂ ਹੀ ਉਹਦੇ ਹੱਥਾਂ 'ਚੋਂ ਨਿਕਲ ਰਿਹਾ। ਇਹਦੇ 'ਤੇ ਤੁਹਾਨੂੰ ਕਿਉਂ ਵੋਟ ਪਾਣਗੇ, ਤੁਹਾਨੂੰ ਕਿਉਂ ਕਰਨਗੇ ਜਿੱਥੇ ਵੱਡੇ ਵੱਡੇ ਤਜਰਬੇਕਾਰਾਂ ਦਾ ਤਜਰਬਾ ਫੇਲ ਹੋ ਜਾਂਦਾ? ਦੇਖੋ, ਅਸੀਂ ਵਪਾਰੀ ਹਾਂ, ਸਾਨੂੰ ਸਾਡਾ ਪ੍ਰੋਡਕਟ, ਸਾਨੂੰ ਸਾਡਾ ਮਾਲ ਵੇਚਣਾ ਆਉਂਦਾ ਹੈ। ਤੇ ਅੱਜ ਅਗਰ ਮਹਿੰਗਾਈ ਨੂੰ ਨੱਥ ਪਾਉਣ ਦੇ ਵਾਸਤੇ ਇੱਕ ਬਹੁਤ ਵੱਡਾ ਇਹਦਾ ਬੇਸ ਹੈਗਾ, ਉਹ ਹੈਗਾ ਇਲੈਕਟ੍ਰਿਸਿਟੀ। ਅੱਜ ਮੈਂ ਤੁਹਾਨੂੰ ਇਸ ਦੇ ਬਾਰੇ ਥੋੜ੍ਹਾ ਵਿਸਥਾਰਪੂਰਵਕ ਤੁਹਾਨੂੰ ਮੈਂ ਜਾਣਕਾਰੀ ਦੇਣਾ ਚਾਹੁੰਦਾ। ਸਾਡੇ ਪੰਜਾਬ ਦੇ ਵਿੱਚ ਤਕਰੀਬਨ 13,700 ਮੈਗਾਵਾਟ ਦੀ ਖਪਤ ਹੈ। ਤੁਸੀਂ ਮੋਟਾ ਲਗਾ ਲਓ, ਅਗਰ ਪੀਕ ਲੋਡ ਵੀ ਲੈ ਲਓ, ਤਾਂ ਮੈਕਸਿਮਮ ਟੂ ਮੈਕਸਿਮਮ ਸਾਡੀ ਕੰਜ਼ੰਪਸ਼ਨ ਹੈਗੀ ਹੈ 15,000 ਮੈਗਾਵਾਟ ਦੀ। ਜਿਹੜੀ ਆਹ 15,000 ਮੈਗਾਵਾਟ ਦੀ ਜਿਹੜੀ ਕੰਜ਼ੰਪਸ਼ਨ ਹੈ, ਇਸ ਦੇ ਵਿੱਚੋਂ ਦੀ ਸਾਨੂੰ ਤਕਰੀਬਨ 4,000 ਮੈਗਾਵਾਟ ਸਾਨੂੰ ਸੈਂਟਰ ਤੋਂ ਲੈਣਾ ਪੈਂਦਾ ਹੈ। ਤਕਰੀਬਨ 1,200 ਮੈਗਾਵਾਟ ਆਉਂਦੀ ਹੈ ਭਾਖੜਾ ਨਗਰ ਡੈਮ ਤੋਂ, ਔਰ ਜਿਹੜੇ ਸਾਡੇ ਥਰਮਲ ਪਲਾਂਟਸ ਹੈਗੇ ਨੇ ਉਹਨਾਂ ਤੋਂ ਵੀ ਤਕਰੀਬਨ ਆਉਂਦੀ ਹੈ 2,000 ਮੈਗਾਵਾਟ ਦੇ ਕਰੀਬ। ਤੇ ਕੁਛ 1,000 ਮੈਗਾਵਾਟ ਕੁਛ ਪ੍ਰਾਈਵੇਟ ਸੋਰਸਿਸ ਦੇ ਮਾਰਫਤ ਪੰਜਾਬ ਦੀ ਬੱਤੀ ਪੂਰਤੀ ਹੋ ਰਹੀ ਹੈ। ਹੁਣ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਅੱਜ ਸਾਡੇ ਕੋਲ ਡਿਮਾਂਡ ਇੰਨੀ ਹੈ ਤੇ ਸਾਡੇ ਕੋਲ ਪ੍ਰੋਡਕਸ਼ਨ ਨਹੀਂ ਹੈਗੀ, ਅਸੀਂ ਫਿਰ ਵੀ ਸੈਂਟਰਲ ਗਵਰਨਮੈਂਟ ਦੇ ਉੱਪਰ ਅਸੀਂ ਡਿਪੈਂਡੈਂਟ ਹੈ, ਅਸੀਂ ਥਰਮਲ ਪਲਾਂਟਸ ਦੇ ਉੱਪਰ ਡਿਪੈਂਡੈਂਟ ਹੈ। ਕਿਉਂਕਿ ਪੰਜਾਬ ਦੇ ਅਗਰ ਤੁਸੀਂ ਸੈਨੈਰੀਓ ਦੇਖਿਓ, ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਨੈਚੁਰਲ ਰਿਸੋਰਸਿਸ ਨਹੀਂ ਹੈਗਾ। ਕਿਸੇ ਨੇ ਇਸ ਦੇ ਉੱਪਰ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਸਾਡਾ ਪੰਜਾਬ ਚੱਲ ਕਿਵੇਂ ਰਿਹਾ। ਕਿਸੇ ਸਟੇਟ ਦੇ ਵਿੱਚੋਂ ਸੰਦੀਪ ਜੀ, ਲਾਈਕ ਰਾਜਸਥਾਨ 'ਚੋਂ ਸਟੋਨਸ ਨਿਕਲਦੇ ਨੇ, ਪੱਥਰ ਨਿਕਲਦਾ, ਕਿਤੋਂ ਜ਼ਿੰਕ ਨਿਕਲਦਾ, ਕਿਤੋਂ ਲਾਈਮ ਨਿਕਲਦਾ, ਕਿਤੋਂ ਪੈਟਰੋਲ ਨਿਕਲਦਾ, ਕਿਤੋਂ ਦੀ ਕੋਲ ਨਿਕਲ ਰਿਹਾ। ਪੰਜਾਬ ਦੇ ਵਿੱਚ ਸਾਡਾ ਕੋਈ ਵੀ ਨੈਚੁਰਲ ਰਿਸੋਰਸ ਨਹੀਂ ਹੈਗਾ। ਪੰਜਾਬ ਦੀ ਜਿਹੜੀ ਖੇਤੀ ਹੈ ਉਹ ਘਾਟੇ ਵਿੱਚ ਹੈ, ਔਰ ਰਹਿੰਦਾ ਖੁੰਦਾ ਜਿਹੜਾ GST, ਲੁਧਿਆਣਾ ਜਿਹੜਾ ਕਿ ਕੈਪੀਟਲ ਸਿਟੀ ਹੈਗਾ ਪੰਜਾਬ ਦੀ, ਜੋ GST ਵਗੈਰਾ ਜੋ ਇਕੱਠਾ ਹੁੰਦਾ ਹੈਗਾ, ਉਹਦੇ ਵਿੱਚ ਤਾਂ ਅਫਸਰਾਂ ਦੀ ਤਨਖਾਹਾਂ ਹੀ ਮਸਾਂ ਨਿਕਲਦੀਆਂ ਹੈਗੀਆਂ। ਤੇ ਪੰਜਾਬ ਚੱਲ ਕਿਵੇਂ ਰਿਹਾ? ਪੰਜਾਬ ਸਿਰਫ ਚੱਲ ਰਿਹਾ ਪੈਟਰੋਲ ਦੀ ਐਕਸਾਈਜ਼ ਤੋਂ, ਔਰ ਜੋ ਸ਼ਰਾਬ ਤੋਂ ਜੋ ਐਕਸਾਈਜ਼ ਮਿਲਦੀ ਹੈ। ਹੁਣ ਅਗਰ
ਸਾਡੇ ਕੋਲ ਅੱਜ ਪੰਜਾਬ 'ਚ ਸਭ ਤੋਂ ਜ਼ਿਆਦਾ ਸ਼ਾਰਟੇਜ ਔਰ ਸਭ ਤੋਂ ਮਹਿੰਗੀ ਬੱਤੀ ਸਾਨੂੰ ਮਿਲ ਰਹੀ ਹੈ। 8 ਰੁਪਏ ਤੋਂ ਲੈ ਕੇ 11 ਰੁਪਏ ਯੂਨਿਟ ਸਾਨੂੰ ਮਿਲ ਰਿਹਾ ਹੈ ਜੀ ਬਟ ਪੰਜਾਬ ਦੇ ਵਿੱਚ ਅਸੀਂ ਉਹਦੀ ਪ੍ਰੋਡਕਸ਼ਨ ਕਿਉਂ ਨਹੀਂ ਵਧਾਉਂਦੇ? ਜੀ ਉਸ ਦੀ ਪ੍ਰੋਡਕਸ਼ਨ ਨੂੰ ਵਧਾਉਣ ਦਾ ਸਿਰਫ ਇੱਕੋ ਹੀ ਤਰੀਕਾ ਹੈਗਾ। ਜੀ ਪੰਜਾਬ ਦਾ ਜਿਹੜਾ ਕੁੱਲ ਏਰੀਆ ਹੈਗਾ ਉਹ ਹੈਗਾ 50,000 ਸਕੁਅਰ ਕਿਲੋਮੀਟਰ। 50,000 ਸਕੁਅਰ ਕਿਲੋਮੀਟਰ ਦਾ ਮਤਲਬ ਹੁੰਦਾ ਹੈ 1 ਸਕੁਅਰ ਕਿਲੋਮੀਟਰ ਵਿੱਚ 247 ਕਿੱਲੇ ਆਉਂਦੇ ਹੈ ਜੀ ਤੇ ਅਗਰ ਤੁਸੀਂ 50,000 ਨੂੰ 247 ਨਾਲ ਮਲਟੀਪਲਾਈ ਕਰੋਗੇ ਤੇ ਤਕਰੀਬਨ ਪੰਜਾਬ ਦੀ ਧਰਤੀ 1.25 ਕਰੋੜ ਕਿੱਲੇ ਦੀ ਹੈ। ਅਗਰ 1.25 ਕਰੋੜ ਕਿੱਲੇ ਦਾ ਆਪਾਂ 1% ਸਿਰਫ ਲੈ ਲਈਏ, ਕਿਉਂਕਿ 5 ਕਿੱਲਿਆਂ ਦੇ ਵਿੱਚ 1 ਮੈਗਾਵਾਟ ਦੀ ਪਾਵਰ ਜਨਰੇਸ਼ਨ ਹੋ ਜਾਂਦੀ ਹੈ। 1.25 ਕਰੋੜ ਕਿੱਲਿਆਂ ਦਾ ਅਗਰ 1% ਆਪਾਂ ਲੈ ਲਈਏ ਤੇ ਉਹ ਬਣਦੇ ਹੈਗੇ ਹੈ 12.5 ਲੱਖ ਕਿੱਲੇ। ਤੇ ਜੇ 12.5 ਲੱਖ ਦਾ ਆਪਾਂ ਡਿਵਾਈਡ ਕਰ ਲਈਏ 5 ਕਿੱਲਿਆਂ ਦੇ ਵਿੱਚ 1 ਮੈਗਾਵਾਟ ਜੀ ਤੇ ਅਸੀਂ ਤਕਰੀਬਨ 20 ਤੋਂ 25 ਹਜ਼ਾਰ ਮੈਗਾਵਾਟ ਸੋਲਰ ਦੇ ਰਾਹੀਂ ਅਸੀਂ ਇਲੈਕਟ੍ਰਿਸਿਟੀ ਜਨਰੇਟ ਕਰ ਸਕਦੇ ਹੈਗੇ ਆ। ਅਗਰ 1% ਅਸੀਂ ਕਵਰਡ ਏਰੀਆ ਪੰਜਾਬ ਦਾ ਲੈ ਲਈਏ, ਲਾਈਕ ਸ਼ਹਿਰਾਂ ਦੇ ਵਿੱਚ ਬਣੇ ਜਿਹੜੇ ਘਰਾਂ ਦੀਆਂ ਛੱਤਾਂ, ਜੀ ਜਿੰਨੇ ਵੀ ਸਰਕਾਰੀ ਸਕੂਲ, ਹਸਪੀਟਲਸ, ਦਾਣਾ ਮੰਡੀਆਂ ਦੇ ਸ਼ੈੱਡ, ਲਾਈਕ ਮਿਨੀ ਸੈਕਟਰੀਏਟਸ ਬਣੇ ਹੁੰਦੇ ਨੇ, ਸਰਕਾਰੀ ਬਿਲਡਿੰਗਾਂ ਬਣੀਆਂ ਹੁੰਦੀਆਂ, ਸਾਰਿਆਂ ਦੀ ਛੱਤਾਂ ਵਿਹਲੀਆਂ ਪਈਆਂ। ਅਗਰ ਕੇਵਲ 1% ਅਸੀਂ ਲੈ ਲਈਏ ਤੇ ਅਸੀਂ 20 ਤੋਂ 25 ਹਜ਼ਾਰ ਮੈਗਾਵਾਟ ਇਲੈਕਟ੍ਰਿਸਿਟੀ ਪੈਦਾ ਕਰ ਸਕਦੇ ਹਾਂ। ਦੂਸਰਾ, ਅਗਰ ਤੁਹਾਡੇ ਸਾਹਮਣੇ ਇਹ ਸਰਕਾਰਾਂ ਨੂੰ ਨਹੀਂ ਪਤਾ, ਤੁਸੀਂ ਸਭ ਤੋਂ ਜ਼ਿਆਦਾ ਜਿਹੜੀ ਸਟੱਡੀ ਹੈ ਤੁਹਾਡੀ ਹੋਈ ਹੈ। ਸਰ ਦੇਖੋ, ਆ ਤਾਂ ਹੁਣ ਆਪਣੀ ਬੁੱਧੀ ਦੇ ਉੱਪਰ ਡਿਪੈਂਡ ਕਰਦਾ ਹੈ। ਇਹ 'ਚ ਪੋਲੀਟੀਕਲ ਵਿਲ ਬਹੁਤ ਵੱਡਾ ਰੋਲ ਪਲੇ ਕਰਦੀ ਹੈ, ਕਿਉਂਕਿ ਮੈਂ ਜੋ ਸਮਝਦਾ ਇੱਕ ਆਮ ਬੰਦੇ ਦਾ, ਇੱਕ ਜਿਸ ਤਰ੍ਹਾਂ ਮੈਂ ਇੱਕ ਨਾਰਮਲ ਸਿਟੀਜ਼ਨ ਹੈਗਾ, ਸਾਡਾ ਆਹੀ ਹੁੰਦਾ ਵੀ ਸਰਕਾਰ ਦਾ ਤਾਂ ਸੋ ਤੁਸੀਂ ਕਹਿ ਰਹੇ ਹੋ ਸਿੱਧੀ ਜੀ ਗੱਲ, ਜਿੱਥੇ ਤੱਕ ਸਾਨੂੰ ਸਮਝ ਲੱਗੀ ਹੈ ਕਿ ਤੁਸੀਂ ਆਪਣੇ ਕਾਰੋਬਾਰੀ ਨਜ਼ਰੀਏ ਦੇ ਨਾਲ ਸਰਕਾਰ ਨੂੰ ਔਰ ਇਹ ਪੋਲਿਟਿਕਸ ਨੂੰ ਵੀ ਇੱਕ ਕਾਰੋਬਾਰ ਨਜ਼ਰੀਏ ਦੇ ਨਾਲ ਲੈ ਕੇ ਚੱਲੋਗੇ, ਤਾਂ ਕਿ ਕਾਰੋਬਾਰ ਉਹਦੇ ਇਫ ਐਂਡ ਬਟਸ ਲਿੱਤਾ ਜਾਏਗਾ, ਉਹਦੀ ਅਕਾਊਂਟੇਬਿਲਿਟੀ ਕੀਤੀ ਜਾਏਗੀ ਤੇ ਉਹਦੇ ਨਾਲ ਜਿਹੜੀ ਸਟੇਟ ਹੈ ਉਹਨੂੰ ਅੱਛੇ ਤਰੀਕੇ ਨਾਲ ਵਪਾਰੀ ਚਲਾ ਪਾਣਗੇ ਇੱਕ ਪੋਲੀਟੀਸ਼ੀਅਨ ਦੇ ਅਪੇक्षा। ਸਰ ਬਿਲਕੁਲ, ਜਿਸ ਤਰ੍ਹਾਂ ਅਸੀਂ ਅੱਜ ਆਪਣੀ ਫੈਕਟਰੀ ਚਲਾਉਂਦੇ ਹਾਂ ਜੀ, ਉसी ਤਰ੍ਹਾਂ ਵਿਧਾਨ ਸਭਾ ਚੱਲਦੀ ਹੈ ਜੀ, ਉसी ਤਰ੍ਹਾਂ ਲੋਕ ਸਭਾ ਚੱਲਦੀ ਹੈ। ਜੀ, ਡੈਬਿਟ ਔਰ ਕ੍ਰੈਡਿਟ, ਜੀ, ਇਨਪੁਟ ਔਰ ਆਊਟਗੋਇੰਗ ਤਾਂ ਹਰ ਜਗ੍ਹਾ ਹੀ ਹੈ। ਸਰਕਾਰਾਂ ਕਿਵੇਂ ਚੱਲ ਰਹੀਆਂ? ਜੇ ਉਹਨਾਂ ਨੂੰ ਤੇਲ ਤੋਂ ਇਨਕਮ ਆਉਂਦੀ ਹੈ 28 ਰੁਪਏ ਲੀਟਰ ਵਾਲਾ ਤੇਲ 100 ਰੁਪਏ ਲੀਟਰ 'ਚ ਵੇਚ ਰਹੇ ਹੈ। ਤੁਹਾਡੇ ਕਹਿਣ ਦਾ ਮਤਲਬ ਉਹਨਾਂ ਦੇ ਉਹ ਤਜਰਬੇਕਾਰ ਨਹੀਂ ਹੈ, ਵਪਾਰੀ ਨਹੀਂ ਹੈਗੇ ਹੈ, ਇਸ ਲਈ ਉਹ ਕਿਤੇ ਨਾ ਕਿਤੇ ਮਿਸਮੈਚ ਕਰ ਜਾਂਦੇ, ਦੇ ਜ਼ਿਆਦਾ ਦਿੰਦੇ, ਵੰਡ ਜ਼ਿਆਦਾ ਦਿੰਦੇ ਤੇ ਕਲੈਕਸ਼ਨ ਘੱਟ ਹੁੰਦੀ ਹੈ, ਜਿਹਦੇ ਕਰਕੇ ਉਹ ਡੈਫਿਸਿਟ 'ਚ ਵੀ ਚਲੇ ਜਾਂਦੇ ਜਾਂ ਉਹ ਆਪਣੇ ਵਾਅਦੇ ਨਹੀਂ ਪੂਰੇ ਕਰ ਪਾਉਂਦੇ। ਤੁਸੀਂ ਉਹਦੇ ਵਿੱਚ ਅਕਾਊਂਟੇਬਿਲਿਟੀ ਕਰਕੇ, ਉਸ ਬੈਲੈਂਸਿੰਗ ਕਰਕੇ ਤੁਸੀਂ ਜਿਹੜੀ ਆਪਣੀ ਸਟੇਟ ਨੂੰ ਵਧੀਆ ਚਲਾ ਲਓਗੇ ਵਪਾਰੀ ਲੋਕ। ਸਰ ਅਕਾਊਂਟੇਬਿਲਿਟੀ ਹਰ ਬੰਦੇ ਨੂੰ ਆਉਂਦੀ ਹੈ ਸੰਦੀਪ ਜੀ। ਤੁਸੀਂ ਵੀ ਆਪਣਾ ਚੈਨਲ ਚਲਾ ਰਹੇ ਹੋ, ਜੀ, ਮੈਂ ਵੀ ਆਪਣੀ ਫੈਕਟਰੀ ਚਲਾ ਰਿਹਾ ਜੀ, ਆ ਹੁੰਦੀ ਹੈ ਤੁਹਾਡਾ ਭਾਵ ਕੀ ਹੈ। ਜੀ, ਪੋਲੀਟੀਕਲ ਲੋਕਾਂ ਦਾ ਹੁਣ ਤੱਕ ਦਾ ਜਿਹੜਾ ਭਾਵ ਆਮ ਬੰਦੇ ਨੂੰ ਦੇਖਣ 'ਚ ਮਿਲਿਆ ਹੈ, ਇਹਨਾਂ ਦਾ ਸਵਾਰਥ ਵਾਲਾ ਭਾਵ ਹੈ। ਇਹਨਾਂ ਨੂੰ ਉਹ ਗੱਲ ਫਟਾਫਟ ਸਮਝ ਆ ਜਾਂਦੀ ਹੈ ਜਿਹਦੇ ਵਿੱਚ ਇਹਨਾਂ ਨੂੰ ਪਰਸਨਲ ਕੋਈ ਖੁਦ ਦਾ ਇਹਨਾਂ ਦਾ ਬੈਨੀਫਿਟ ਹੁੰਦਾ। ਪਰ ਸਰ ਜਿਵੇਂ ਤੁਸੀਂ ਵੀ ਤਾਂ ਪੋਲੀਟੀਕਲ ਪਾਰਟੀਆਂ ਦੇ ਨਾਲ ਹੀ ਅਲਾਈਅੰਸ ਕਰ ਰਹੇ ਹੋ, ਜਿੰਨਾ ਤੁਸੀਂ ਸਮਝਾਇਆ ਸਾਨੂੰ ਨਾਮ ਦੱਸੇ ਉਹ ਪੋਲੀਟੀਕਲੀ ਪਾਰਟੀਆਂ ਦਾ ਹੀ ਪਾਰਟ ਰਹੇ ਹੈ। ਜੇ ਗੱਲਬਾਤ ਕਰੀਏ ਤਾਂ ਚੜੂਨੀ ਸਾਹਿਬ ਦੀ ਗੱਲ ਕਰੀਏ ਤਾਂ ਚੜੂਨੀ ਸਾਹਿਬ ਨੂੰ ਤੁਸੀਂ ਤਾਂ ਸੀਐਮ ਦਾ ਚਿਹਰਾ ਅਨਾਊਂਸਮੈਂਟ ਕੀਤਾ, ਉਹ ਦੂਜੇ ਦਿਨ ਹੀ ਆਪਣੇ ਅਨਾਊਂਸਮੈਂਟ ਕਰ ਗਏ ਕਿ ਨਹੀਂ ਜੀ, ਯੂ ਟਰਨ ਮਾਰ ਗਏ ਕਿ ਨਹੀਂ ਜੀ ਮੈਂ ਤਾਂ ਨਹੀਂ ਬਣ ਰਿਹਾ। ਇਹਨਾਂ ਨੇ ਅਨਾਊਂਸਮੈਂਟ ਕੀਤੀ ਮੈਂ ਸੀਐਮ ਦਾ ਇਲੈਕਸ਼ਨ ਨਹੀਂ ਲੜ ਰਿਹਾ। ਦੇਖੋ, ਸਾਡੀ ਇੱਛਾ ਸੀਗੀ ਵੀ ਕਿਸਾਨ ਸਾਡੇ ਪੰਜਾਬ ਦੀ ਅਗਵਾਈ ਕਰਨ। ਜੀ, ਕਿਸਾਨ, ਗੁਰੂ ਨਾਨਕ ਦੇਵ ਜੀ ਨੇ ਕਿਹਾ ਵੀ ਪਹਿਲੀ ਨੇਕ ਕਮਾਈ ਖੇਤੀ ਦੀ, ਜੀ, ਤੇ ਕਿਸਾਨ ਇੱਕ ਬਹੁਤ ਹੀ ਇਮਾਨਦਾਰ ਵਿਅਕਤੀਤਵ ਦਾ ਮਾਲਕ ਹੈ। ਜੀ, ਬਿਲਕੁਲ ਉਹਨਾਂ ਉੱਤੇ ਕੁਐਸਚਨ ਮਾਰਕ ਲਗਾਉਣ ਦਾ ਕੋਈ ਕੁਐਸਚਨ ਹੀ ਨਹੀਂ ਹੁੰਦਾ। ਇਸ ਕਰਕੇ ਅਸੀਂ ਚਾਹੁੰਦੇ ਸੀ ਵੀ ਕਿਸਾਨਾਂ ਦੇ ਹੱਥ ਦੇ ਵਿੱਚ ਪੰਜਾਬ ਦੀ ਕੀ ਅਪਿਤੂ ਦੇਸ਼ ਦੀ ਬਾਗਡੋਰ ਆਵੇ। ਹੁਣ ਅਗਰ ਅਸੀਂ ਆਹ ਚਾਹੁੰਦੇ ਹਾਂ ਵੀ ਸਵੈ ਨਿਰਭਰ ਪੰਜਾਬ, ਤੇ ਅਸੀਂ ਆ ਮੈਨੀਫੈਸਟੋ ਦਾ ਪਹਿਲਾ ਪਾਰਟ ਜਿਹੜਾ ਮੈਂ ਤੁਹਾਨੂੰ ਹੁਣੀ ਇਲੈਬੋਰੇਟ ਕਰਕੇ ਦੱਸਿਆ ਵੀ ਪੰਜਾਬ ਦੇ ਵਿੱਚ ਤਕਰੀਬਨ 4-4.5 ਸਾਲਾਂ ਦੇ ਵਿੱਚ ਅਸੀਂ ਪੰਜਾਬ ਨੂੰ ਪਾਵਰ ਸਰਪਲਸ ਸਟੇਟ ਕਰ ਦਾਂਗੇ ਔਰ ਪੰਜਾਬ ਦੇ ਲੋਕਾਂ ਨੂੰ ਬੱਤੀ ਲਗਭਗ ਮੁਫਤ ਦੇ ਭਾਅ ਦੇ ਉੱਤੇ ਸਪਲਾਈ ਹੋਏਗੀ। ਅਗਰ ਬੱਤੀ ਮੁਫਤ ਦੇ ਭਾਅ ਤੇ ਸਪਲਾਈ ਹੋਊਗੀ, ਲਾਈਕ ਆਪ ਤੁਸੀਂ ਕਹ ਲਓ ਵੀ 1 ਰੁਪਿਆ ਯੂਨਿਟ ਜਾਂ 1.5 ਰੁਪਏ ਯੂਨਿਟ, ਅਗਰ ਤੁਸੀਂ ਅੱਜ ਸੋਲਰ ਪੈਨਲ 40,000 ਰੁਪਇਆ ਕਿਲੋਵਾਟ ਦਾ, ਤੁਸੀਂ ਅਗਰ ਗੱਲਾਂ ਸੁਣਨ ਨੂੰ ਤਾਂ ਬਹੁਤ ਅੱਛੀਆਂ ਲੱਗ ਰਹੀਆਂ, ਪਰ ਜੇ ਦੂਜੇ ਪਾਸੇ ਕਿਹਾ ਜਾਏ ਤੇ ਕੱਲ ਨੂੰ ਸ਼ਾਇਦ ਇਹ ਤੁਹਾਡੀ ਚੀਜ਼ਾਂ ਨੂੰ, ਤੁਹਾਡੇ ਦਾਅਵਿਆਂ ਨੂੰ, ਜਿੱਦਾਂ ਦੇ ਤੁਸੀਂ ਗੱਲਾਂ ਦੱਸ ਰਹੇ ਹੋ, ਇਹ ਤਾਂ ਐਂ ਲੱਗਦਾ ਕਿ ਤੁਸੀਂ ਅੱਜ ਦੇ ਟਾਈਮ 'ਚ ਸੌਰੀ ਸ਼ਾਇਦ ਤੁਹਾਨੂੰ ਸੁਣ ਕੇ ਅੱਛਾ ਨਾ ਲੱਗੇ, ਮੁੰਗੇਰੀ ਲਾਲ ਕੇ ਹਸੀਨ ਸੁਪਨੇ ਦਿਖਾ ਰਹੇ ਹੋ, ਤੇ ਜਿਹੜਾ ਇਹ ਪਿਕਚਰ ਦੇਖੇਗਾ ਉਹ ਅੱਜ ਪਿਕਚਰ ਦੇਖ ਕੇ ਜੇ ਤੁਹਾਨੂੰ ਵੋਟ ਪਾ ਦਿੰਦੇ ਤਾਂ ਕੱਲ ਨੂੰ
ਪੂਰੇ ਕੁਝ ਨਹੀਂ ਹੋਣੇ। ਮੌਜੂਦਾ ਸਰਕਾਰ 5 ਰੁਪਏ ਬਿਜਲੀ ਨਹੀਂ ਦੇ ਪਾਈ, ਤੁਸੀਂ ਕਹਿ ਰਹੇ ਹੋ ਮੈਂ 1.5 ਰੁਪਏ ਦੇ ਦਾਂਗਾ, ਇਹ ਪੋਸੀਬਿਲਿਟੀ ਨਹੀਂ ਹੈ। ਦੇਖੋ ਮੈਂ ਤੁਹਾਨੂੰ ਪੂਰੇ ਨਾ ਆંકੜੇ ਰਿਟਨ ਦੇ ਵਿੱਚ ਸਾਈਨ ਕਰਕੇ ਦਊਂਗਾ ਇਨ ਦਾ ਸ਼ੇਪ ਆਫ ਐਫੀਡੈਵਿਟ ਜੀ। ਮੈਂ ਤੁਹਾਨੂੰ ਬੜਾ ਇੱਕ ਸਿੰਪਲ ਜੀ ਗੱਲ ਆਮ ਪਬਲਿਕ ਨੂੰ ਵਾਕਈ ਇਦਾਂ ਦੀਆਂ ਚੀਜ਼ਾਂ ਕਰ ਦੋਗੇ ਫਿਰ ਤਾਂ ਰੈਵੋਲੂਸ਼ਨ ਆ ਜਾਊਗਾ। ਫਿਰ ਤਾਂ ਮੈਨੂੰ ਲੱਗਦਾ ਤੁਸੀਂ ਸੀਐਮ ਛੱਡੋ ਤਾਂ ਬਹੁਤ ਜਲਦੀ ਤੁਸੀਂ ਪੀਐਮ ਦੇ ਦਾਅਵੇਦਾਰੀ ਵੀ ਠੋਕ ਦੋਗੇ। ਦੇਖੋ ਆਹ ਤਾਂ ਜੀ ਆਉਣ ਵਾਲੀ ਜੋ ਭਵਿੱਖ ਹੈ ਉਹ ਮੈਂ ਤਾਂ ਭਵਿੱਖ ਵਕਤਾ ਤਾਂ ਹੈ ਨਹੀਂ, ਅਸੀਂ ਇੱਕ ਪ੍ਰਯਾਸ ਕਰਨ ਦਾ ਕਰ ਰਹੇ ਹਾਂ। ਮੈਂ ਤੁਹਾਨੂੰ ਇੱਕ ਸਿੰਪਲ ਜਿਹਾ ਆਮ ਸਾਰੇ ਨਾਗਰਿਕਾਂ ਨੂੰ ਵੀ ਕਈਆਂ ਨੇ ਆਪਣੇ ਘਰਾਂ ਦੇ ਉੱਪਰ ਸੋਲਰ ਪਲਾਂਟ ਲਗਾਏ ਨੇ। ਅੱਜ ਤੁਸੀਂ ਬਾਜ਼ਾਰ ਤੋਂ ਤੁਸੀਂ ਵੀ ਆਪਣੇ ਘਰ ਦੀ ਛੱਤ ਤੇ ਅਗਰ ਸੋਲਰ ਪਲਾਂਟ ਲਗਾਓ ਨਾ ਜੀ ਤੇ 40,000 ਰੁਪਏ ਅਪਰੋਕਸੀਮੇਟ 1 ਕਿਲੋਵਾਟ ਦਾ ਖਰਚਾ ਆਉਂਦਾ। ਬਿਲਕੁਲ ਠੀਕ ਹੈ ਜੀ। ਔਰ ਉਹ 1 ਕਿਲੋਵਾਟ ਦੇ ਵਿੱਚ ਰਨ ਥਰੂ ਦਾ ਈਅਰ ਐਵਰੇਜ 4 ਯੂਨਿਟ ਪਰ ਡੇ ਪ੍ਰੋਡਿਊਸ ਹੁੰਦੇ ਆ। ਤੇ ਅਗਰ 8 ਰੁਪਏ ਯੂਨਿਟ ਦੀ ਆਪਾਂ ਕਾਸਟ ਲੈ ਲਈਏ ਤੇ 32 ਰੁਪਏ ਯੂਨਿਟ ਦੀ ਕਾਸਟ ਆਉਂਦੀ ਹੈ ਡੇਲੀ। ਉਹਨੂੰ 365 ਨਾਲ ਮਲਟੀਪਲਾਈ ਕਰ ਲਓ ਤੇ ਤਕਰੀਬਨ 4 ਤੋਂ 4.5 ਸਾਲ ਦੇ ਪੀਰੀਅਡ ਦੇ ਵਿੱਚ ਤੁਹਾਡੀ ਇਨਵੈਸਟਮੈਂਟ, ਅਗਰ ਤੁਸੀਂ ਲੋਨ ਵੀ ਲੈਂਦੇ ਹੋ ਅੱਜ 7-8% ਦੇ ਉੱਤੇ ਬੈਂਕ ਫਾਈਨੈਂਸ ਕਰ ਦਿੰਦੇ ਆ ਲੋਨ ਦੇਣ ਦੇ, ਤੇ ਤਕਰੀਬਨ 4-4.5 ਸਾਲ ਦੇ ਵਿੱਚ ਤੁਹਾਡਾ ਜਿਹੜੀ ਇਨਵੈਸਟਮੈਂਟ ਹੈ ਉਹ ਤੁਹਾਡੀ ਪੂਰੀ ਐਟ ਪਾਰ ਹੋ ਜਾਂਦੀ ਹੈਗੀ ਆ। ਇਸ ਦੀ ਲਾਈਫ ਹੁੰਦੀ ਹੈਗੀ 25 ਇਅਰਸ। ਉਸ ਤੋਂ ਬਾਅਦ 21 ਸਾਲ ਬੱਤੀ ਤੁਹਾਨੂੰ ਮੁਫਤ ਹੈ ਜੀ। ਤੇ ਆਹੀ ਅਗਰ ਗਵਰਨਮੈਂਟ 20 ਤੋਂ 25,000 ਮੈਗਾਵਾਟ ਥਰੂ ਸੋਲਰ ਜਨਰੇਟ ਅਸੀਂ ਕਰਾਂਗੇ ਤੇ 4-4.5 ਸਾਲ ਬਾਅਦ ਬੱਤੀ ਮੁਫਤ ਹੈ, ਲਗਭਗ ਮੁਫਤ ਹੈ। ਅਗਰ ਇਲੈਕਟ੍ਰਿਸਿਟੀ ਦੀ ਕਾਸਟ ਅੱਜ ਮੇਰੀ ਇੰਡਸਟਰੀ ਦਾ ਬਿੱਲ ਮੰਨ ਲਓ 15-20 ਲੱਖ ਰੁਪਏ ਮਹੀਨਾ ਆਉਂਦਾ ਤੇ ਮੈਂ ਉਹਨੂੰ ਪ੍ਰੋਡਕਟ ਦੇ ਉੱਪਰ ਪਾਉਂਦਾ ਨਾ, ਤੇ ਓਬਵੀਅਸਲੀ ਮੇਰੀ ਆਟੋਮੈਟਿਕਲੀ ਮੇਰੀ ਪ੍ਰੋਡਕਟ ਦੀ ਕਾਸਟ ਮੇਰੀ ਘਟ ਜਾਏਗੀ ਤੇ ਮਹਿੰਗਾਈ ਦੇ ਉੱਤੇ ਆਟੋਮੈਟਿਕਲੀ ਨੱਥ ਪੈ ਜਾਏਗੀ, ਬਿਕੋਜ਼ ਇਲੈਕਟ੍ਰਿਸਿਟੀ ਮਹਿੰਗਾਈ ਦੇ ਵਿੱਚ ਬਹੁਤ ਵੱਡਾ ਪਾਰਟ ਪਲੇ ਕਰਦਾ। ਦੂਸਰਾ, ਅਸੀਂ ਕੋਸ਼ਿਸ਼ ਕਰਾਂਗੇ 15 ਲੱਖ ਤਕਰੀਬਨ ਕਿਸਾਨਾਂ ਨੇ ਟਿਊਬਵੈੱਲ ਲਗਾਏ ਹੋਏ ਨੇ ਜੀ। ਉਹ ਟਿਊਬਵੈੱਲਸ ਆਪਾਂ ਸ਼ਹਿਰ ਵਾਲੇ ਅਸੀਂ ਉਹਨਾਂ ਨਾਲ ਲਾਂਤਾ ਪਾਉਂਦੇ ਹਾਂ ਵੀ ਜਦੋਂ ਜੀ ਝੋਨੇ ਦਾ ਸੀਜ਼ਨ ਹੁੰਦਾ ਹੈਗਾ ਸਾਡੇ ਸ਼ਹਿਰਾਂ ਦੀ ਫੈਕਟਰੀਆਂ ਦੀ ਬੱਤੀ ਰੋਕ ਲੈਂਦੇ ਆ ਤੇ ਝੋਨਾ ਲੱਗਣ ਵਾਸਤੇ ਇਹਨਾਂ ਨੂੰ ਜਿਹੜੇ ਕਿਸਾਨ ਹੈਗੇ ਉਹਨਾਂ ਨੂੰ ਮੁਫਤ ਬੱਤੀ ਦਿੰਦੇ ਆ। ਅਸੀਂ ਉਹ ਲਾਹਨਤ ਵੀ ਲਾ ਦੇਣੀ ਹੈ ਜੀ। ਅੱਜ ਕੱਲ੍ਹ ਮੈਂ ਆਪਣੀ ਜ਼ਮੀਨ ਦੇ ਵਿੱਚ 7.5 ਕਿਲੋਵਾਟ ਦਾ, ਮੇਰੀ 28 ਕਿੱਲੇ 'ਚ ਮੈਂ ਐਗਰੀਕਲਚਰ ਵੀ ਕਰਦਾ। ਮੈਂ ਉੱਥੇ ਅੱਜ ਤੋਂ 3 ਸਾਲ ਪਹਿਲੇ 2.25 ਲੱਖ ਰੁਪਏ ਮੇਰਾ ਲੱਗਿਆ ਸੀਗਾ ਤੇ ਮੈਂ 7.5 HP ਦੀ ਮੋਟਰ ਲਗਾਈ ਜੀ। ਫਸਟ ਕਲਾਸ 3 ਸਾਲਾਂ ਤੋਂ ਉਹ ਚੱਲ ਰਹੀ ਹੈ, ਫ੍ਰੀ ਆਫ ਕਾਸਟ। ਮੇਰਾ ਉਹ 'ਚੋਂ ਟਿਊਬਵੈੱਲ 'ਚੋਂ ਮੈਂ ਪਾਣੀ ਲੈ ਕੇ ਆਪਣੇ ਖੇਤਾਂ ਦੀ ਸਿੰਚਾਈ ਕਰ ਰਹੇ ਹਾਂ। ਅਗਰ ਅਸੀਂ 15 ਲੱਖ ਟਿਊਬਵੈੱਲਸ ਨੂੰ ਸਾਰੇ ਸੋਲਰ ਦੇ ਉੱਪਰ ਕਰ ਦਈਏ, ਔਰ ਮਜ਼ੇ ਦੀ ਗੱਲ ਤੁਹਾਨੂੰ ਹੋਰ ਦੱਸਾਂ, ਗੁਜਰਾਤ ਦੇ ਵਿੱਚ ਸੋਲਰ ਟਰੈਕਟਰਸ ਆ ਗਏ ਨੇ ਜੀ। ਇਲੈਕਟ੍ਰਿਕ ਟਰੈਕਟਰਸ ਸੋਨਾਲਿਕਾ ਵਾਲਿਆਂ ਨੇ ਕੱਢ ਦਿੱਤੇ ਹੈਗੇ ਆ ਬਈ ਉਹਨਾਂ ਨੂੰ ਸੋਲਰ ਪੈਨਲਸ ਲਗਾ ਕੇ ਉਹ ਬੈਟਰੀਆਂ ਉਹਨਾਂ ਦੀ ਚਾਰਜ ਕਰੋ ਤੇ ਫ੍ਰੀ ਆਫ ਕਾਸਟ। ਅੱਜ ਇੰਨਾ ਮਹਿੰਗਾ 100 ਰੁਪਏ ਲੀਟਰ ਦਾ ਡੀਜ਼ਲ ਪਾਉਣ ਦੀ ਜ਼ਰੂਰਤ ਹੀ ਨਹੀਂ ਹੈਗੀ ਤੇ ਸਾਡੀ ਖੇਤੀ ਦੇ ਵਿੱਚ ਵੀ ਸਾਡੇ ਕਿਸਾਨ ਭਰਾਵਾਂ ਦੀ ਵੀ ਜਿਹੜਾ ਖਰਚਾ ਹੈਗਾ ਘਟ ਜਾਊਗਾ ਤੇ ਸਾਡੀ ਇੰਡਸਟਰੀ ਨੂੰ ਵੀ ਫਾਇਦਾ ਰਹੂਗਾ। ਘਰ ਵਾਲੇ ਵੀ ਖੁਸ਼, ਦੁਕਾਨਦਾਰ ਵੀ ਖੁਸ਼, ਇੰਡਸਟਰੀ ਵਾਲਾ ਵੀ ਖੁਸ਼, ਮੇਰਾ ਕਿਸਾਨ ਭਰਾ ਵੀ ਖੁਸ਼ ਆ। ਮੇਰੇ ਮੈਨੀਫੈਸਟੋ ਦਾ ਪਹਿਲਾ ਪਾਰਟ ਹੋਏਗਾ ਵੀ ਪੰਜਾਬ ਨੂੰ ਪਾਵਰ ਸਰਪਲਸ ਸਟੇਟ ਬਣਾਉਣਾ ਔਰ 4 ਤੋਂ 4.5 ਸਾਲ ਦੇ ਵਿੱਚ ਅਸੀਂ ਲਗਭਗ ਬੱਤੀ ਅਸੀਂ ਮੁਫਤ ਪੂਰੇ ਪੰਜਾਬ ਦੇ ਲੋਕਾਂ ਨੂੰ ਮੁਹੱਈਆ ਕਰਾ ਦਾਂਗੇ। ਪੀਤੂ ਇੰਨੀ ਬੱਤੀ ਬਣ ਜੂਗੀ ਅਸੀਂ ਨਾਲ ਦੀਆਂ ਸਟੇਟਾਂ ਨੂੰ ਵੀ ਦੇ ਦੇਵਾਂਗੇ। ਸੋ ਤੁਸੀਂ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਡਾ ਸਰ ਪਹਿਲਾ ਹੀ ਮੈਨੀਫੈਸਟੋ ਸੁਣ ਕੇ ਤਾਂ ਬੜਾ ਅੱਛਾ ਲੱਗਿਆ, ਪਰ ਮੋਰ ਓਵਰ ਮੈਂ ਫਿਰ ਇੱਕ ਵਾਰੀ ਕਹਿਣਾ ਚਾਹਾਂਗਾ ਕਿ ਫਿਲਹਾਲ ਕਿਉਂਕਿ ਇਹ ਸੁਣ ਰਹੇ ਹੈ ਗੱਲਾਂ ਬਹੁਤ ਵਧੀਆ ਲੱਗਦੀਆਂ ਸੁਣ ਕੇ, ਗੱਲ ਤਾਂ ਹਰੇਕ ਨੂੰ ਲੱਗਦਾ ਹੈ ਕਿ ਪਰ ਮੁੰਗੇਰੀ ਲਾਲ ਕੇ ਹਸੀਨ ਸੁਪਨੇ ਹਜੇ ਲੱਗ ਰਿਹਾ, ਪਰ ਜਿੱਦਾਂ ਤੁਸੀਂ ਕੌਨਫੀਡੈਂਟ ਹੋ ਸਾਨੂੰ ਥੋੜ੍ਹਾ ਇਹ ਨਹੀਂ ਸਮਝ ਲੱਗ ਰਿਹਾ ਕਿ ਫਿਰ ਮੌਜੂਦਾ ਸਰਕਾਰਾਂ ਇਹ ਕਿਉਂ ਨਹੀਂ ਕਰ ਪਾਉਂਦੀਆਂ, ਇਹ ਸਾਨੂੰ ਨਹੀਂ ਪਤਾ ਜਿੱਦਾਂ ਤੁਸੀਂ ਕਿਹਾ। ਪਰ ਚਲੋ ਤੁਸੀਂ ਕਹਿ ਰਹੇ ਹੋ ਉਹ ਵੀ ਕਹਿੰਦੇ ਹੈ, ਸੋ ਅਸੀਂ ਤੁਹਾਡੀ ਵੀ ਗੱਲ ਮੰਨ ਲੈਂਦੇ ਹਾਂ ਇੱਕ ਵਾਰੀ। ਉਹ ਵੀ ਕਹਿੰਦੇ ਹੀ ਹੈ, ਉਹ ਵੀ ਦਾਅਵਾ ਹੀ ਕਰਦੇ ਆ, ਉਹ ਕਿਹੜਾ ਦੇ ਦਿੰਦੇ ਆ। ਉਹ ਕੈਪਟਨ ਸਰਕਾਰ ਨੇ 5 ਰੁਪਏ ਦਾ ਦਾਅਵਾ ਹੀ ਕੀਤਾ ਸੀ ਕਿ ਨਹੀਂ ਵੀ ਮਿਲੀ ਤੇ ਰਹਿ ਹੀ ਗਏ। ਬੋਰਡ ਦਾ ਹੋਰਡਿੰਗ ਲਗਵਾ ਕੇ ਉਹਨਾਂ ਨੇ ਵਾਹ-ਵਾਹ ਦੇ ਲੁੱਟੀ। ਸੰਦੀਪ ਜੀ ਜੋ ਮੈਂ ਕਹਿਣਾ ਸੀ ਮੈਂ ਕਹਿਤਾ, ਐਕਸਪਲੇਨ ਵੀ ਕਰ ਦਿੱਤਾ ਤੁਹਾਨੂੰ ਜੀ। ਹੁਣ ਗੱਲ ਹੈਗੀ ਹੈ ਵੀ ਬਿਲਕੁਲ ਉਹੀ ਮੈਂ ਕਹਿ ਰਿਹਾ ਕਿ ਰਿਐਲਿਟੀ 'ਚ ਉਹ ਕਿੰਨਾ ਕੁ ਸ਼ੇਪ ਕਿੰਨੀ ਕੁ ਲੈਂਦਾ, ਉਹ ਕਹਿੰਦੇ ਨੇ ਰਿਐਲਿਟੀ ਜਿਹੜਾ ਹੈਗਾ ਉਹਨੂੰ ਸ਼ੇਪ ਅਪ ਕਿੰਨਾ ਕਰ ਪਾਉਂਦੇ ਹੋ ਪ੍ਰੈਕਟੀਕੈਲਿਟੀ 'ਚ, ਉਸ 'ਤੇ ਫਰਕ। ਦੇਖੋ ਤੁਸੀਂ ਜਿਹੜੀ ਗੱਲ ਕੀਤੀ ਨਾ ਮੁੰਗੇਰੀ ਲਾਲ ਦੇ ਹਸੀਨ ਸੁਪਨੇ, ਅੱਜ ਸਾਡੇ ਮੇਰੇ ਔਰ ਤੁਹਾਡੇ ਪੱਲੇ ਹੈ ਕਿ ਆਪਾਂ ਇੱਕ ਨਾਰਮਲ ਲੇਮੈਨ ਦੀ ਤਰ੍ਹਾਂ ਹੀ ਕੰਮ ਕਰ ਰਹੇ ਹਾਂ ਨਾ ਜੀ। ਤੇ ਜਿਹੜੀਆਂ ਸਰਕਾਰਾਂ ਹੁਣ ਤੱਕ ਆਈਆਂ, ਸੋ ਤੁਸੀਂ ਸਿੱਧਾ ਕਹਿ ਰਹੇ ਹੋ ਕਿ ਉਹਨਾਂ ਤੇ ਵੀ ਭਰੋਸਾ ਕਰਨਾ, ਸਾਡੇ ਤੇ ਭਰੋਸਾ ਕਰਕੇ ਦੇਖ ਲਓ। ਸਿੱਧੀ ਜੀ ਗੱਲ ਹੈ। ਜਿਹੜੀ ਫਿਲਮਾਂ ਅੱਜ ਤੱਕ ਪਬਲਿਕ ਨੇ ਦੇਖੀਆਂ, ਵਪਾਰੀ ਨੇ ਕਿਹਾ ਸੀਗਾ, ਸਾਨੂੰ ਯਾਦ ਆ ਗਿਆ, ਉਹ ਕਹਿੰਦੇ ਜੀ ਉਹਨਾਂ ਨੇ ਵੀ ਲੁੱਟਣਾ, ਉਹਨਾਂ ਨੇ ਵੀ ਲੁੱਟਣਾ, ਉਹਨਾਂ ਨੇ ਵੀ ਲੁੱਟਣਾ, ਕੋਈ ਨਹੀਂ ਇਸ ਵਾਰੀ ਨਵਾਂ ਹੀ ਟਰਾਈ ਕਰ ਲਓ। ਲੁੱਟੇ ਤੇ ਜਾਣਾ ਹੀ ਅਸੀਂ, ਕੋਈ ਗੱਲ ਨਹੀਂ, ਪੁਰਾਣਿਆਂ ਤੋਂ ਤਾਂ ਕਿੰਨੀ ਵਾਰੀ ਲੁੱਟੇ ਗਏ ਆ, ਇਸ ਵਾਰੀ ਨਵਾਂ ਹੀ ਟਰਾਈ ਕਰ ਲਓ, ਸ਼ਾਇਦ ਕਿਤੇ ਬਚ ਜਾਈਏ, ਹੋ ਸਕਦਾ ਇਹ ਥੋੜਾ ਘੱਟ ਲੁੱਟ ਲਵੇ। ਦੇਖੋ ਜੀ ਆਹ ਤਾਂ ਹੁਣ ਜਿਸ ਤਰ੍ਹਾਂ ਦਾ ਤੁਸੀਂ ਪ੍ਰਸ਼ਨ ਕੀਤਾ ਮੈਂ ਉਹਦੇ 'ਤੇ ਕੋਈ ਉੱਤਰ ਨਹੀਂ ਦੇਣਾ। ਮੈਨੂੰ ਬੜਾ ਉਹ ਟੌਂਟਿੰਗ ਤੁਸੀਂ ਕਿਹਾ ਵੀ ਲੁੱਟ ਲਓ, ਤੇ ਅਸੀਂ ਤਾਂ ਇਹ ਕਿਹਾ ਕਿ ਇੱਕ ਵਪਾਰੀ, ਇੱਕ ਆਮ ਆਦਮੀ ਨੂੰ ਇਹ ਲੱਗਦਾ ਹੈ ਕਿ ਹਰ ਸਰਕਾਰ ਵਾਅਦਾ ਕਰਦੀ ਹੈ ਪੂਰਾ ਨਹੀਂ ਕਰਦੀ। ਉਹ ਕਹਿੰਦੇ
ਪਾਰਟੀ ਏ ਪਾਰਟੀ ਬੀ ਦੋਨੋਂ ਨੂੰ ਟਰਾਈ ਕਰ ਚੁੱਕੇ ਹੈ ਤੇ ਪਾਰਟੀ ਸੀ ਵੀ ਟਰਾਈ ਕਰ ਲਓ ਇਸ ਵਾਰੀ ਕੀ ਮੈਂ ਤਾਂ ਜੀ ਆਹੀ ਪ੍ਰਾਰਥਨਾ ਹੀ ਕਰ ਸਕਦਾ ਹਾਂ, ਲੋਕਾਂ ਨੂੰ ਬੇਨਤੀ ਕਰ ਸਕਦਾ ਹਾਂ ਜੀ ਬਈ ਇੱਕ ਵਾਰੀ ਤੁਸੀਂ ਇੰਨੇ ਸਾਲਾਂ ਤੋਂ ਸਿੰਸ ਇੰਡੀਪੈਂਡੈਂਸ ਤੋਂ ਆ ਜਿਹੜੀ ਰਵਾਇਤੀ ਪਾਰਟੀਆਂ ਆ ਲਾਈਕ ਕਾਂਗਰਸ ਨੂੰ ਤੁਸੀਂ ਕਹਿ ਲਓ ਬਈ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਦੀ ਤਰ੍ਹਾਂ ਹੀ ਹੈਗੀ ਹੈ, ਜਦ ਕਿ ਮੈਂ ਤਾਂ ਅਗਰ ਹਿਸਟਰੀ ਨੂੰ ਮੈਂ ਪੜ੍ਹਿਆ ਸੀਗਾ ਤੇ ਆ ਈਸਟ ਇੰਡੀਆ ਕੰਪਨੀ ਦਾ ਦੂਸਰਾ ਪਾਰਟ ਹੈ, ਡਿਵਾਈਡ ਐਂਡ ਰੂਲ ਔਰ ਵਨ ਮੈਨ ਸ਼ੋ ਪਾਰਟੀ ਹੈ। ਸੇਮ ਅਕਾਲੀ ਦਲ ਲੈ ਲਓ ਤੁਸੀਂ, ਮਾਇਆਵਤੀ ਦੀ ਪਾਰਟੀ ਲੈ ਲਓ, ਮੁਲਾਇਮ ਸਿੰਘ ਯਾਦਵ ਦੀ ਪਾਰਟੀ ਲੈ ਲਓ, ਆ ਸਭ ਮਤਲਬ ਕਿ ਇੱਕ ਫੈਮਿਲੀ ਦੀਆਂ ਪਾਰਟੀਆਂ ਹੈਗੀਆਂ ਤੇ ਜੇ ਇੰਨੀ ਪਬਲਿਕ ਨੂੰ ਆ ਲੋਕਾਂ ਨੇ ਬੇਵਕੂਫ ਬਣਾਇਆ, ਘੱਟੋ ਘੱਟ ਅਗਰ ਅਸੀਂ ਥੋੜੇ ਘਰ ਦੇ ਬੰਦੇ ਦੇ ਤੁਹਾਨੂੰ ਅਸੀਂ ਸਮਝਦਾਰ ਲੱਗਦੇ ਹਾਂ ਤੇ ਇੱਕ ਵਾਰੀ ਸਾਨੂੰ ਮੌਕਾ ਦਿਓ। ਆ ਮੌਕਾ ਮੈਨੂੰ ਨਹੀਂ ਮੈਂ ਕੋਈ ਮੰਗ ਰਿਹਾ ਆਪਣੇ ਵਾਸਤੇ ਵਿਅਕਤੀਗਤ ਵਾਸਤੇ, ਮੈਂ ਸਾਰੇ ਵਪਾਰੀਆਂ ਵਾਸਤੇ, ਸਾਰੇ ਕਿਸਾਨ ਭਰਾਵਾਂ ਵਾਸਤੇ, ਸਾਰੇ ਮਜ਼ਦੂਰਾਂ ਵਾਸਤੇ ਅਸੀਂ ਆਪਣੀ ਨਈਆ ਦਾ ਖਵਈਆ ਬਣਨਾ ਚਾਹੁੰਦੇ ਹਾਂ। ਆ ਮੈਂ ਮੈਨੀਫੈਸਟੋ ਦਾ ਹਾਲੇ ਇੱਕ ਪਾਰਟ ਲੈ ਕੇ ਆਇਆ। ਠੀਕ ਹੈ ਜੀ। ਇਸ ਤਰ੍ਹਾਂ ਦੇ ਮੇਰੇ ਮੈਨੀਫੈਸਟੋ ਦੇ ਬਹੁਤ ਸਾਰੇ ਪਾਰਟਸ ਹੈਗੇ ਨੇ, ਉਹ ਮੈਂ ਹੌਲੀ ਹੌਲੀ ਜਦੋਂ ਮੈਂ ਆਪਣੇ 15 ਦਿਨਾਂ ਬਾਅਦ ਵਿਧੀਵਤ ਤਰੀਕੇ ਨਾਲ ਪਾਰਟੀ ਦੀ ਰਜਿਸਟ੍ਰੇਸ਼ਨ ਆਉਣ ਤੋਂ ਬਾਅਦ ਅਸੀਂ ਆਪਣੇ ਮੈਨੀਫੈਸਟੋ ਅਸੀਂ ਆਪਣਾ ਮੈਨੀਫੈਸਟੋ ਇਨ ਦਾ ਸ਼ੇਪ ਆਫ ਐਫੀਡੇਵਿਟ ਦੇਵਾਂਗੇ ਵੀ ਸਾਨੂੰ 5 ਸਾਲ ਦਾ ਸਾਨੂੰ ਵੀ ਮੌਕਾ ਦੇ ਦਿਓ। ਠੀਕ ਹੈ ਜੀ। ਅਗਰ 5 ਸਾਲਾਂ ਵਿੱਚ ਅਸੀਂ ਆਪਣੇ ਮੈਨੀਫੈਸਟੋ ਨੂੰ ਲਾਗੂ ਨਹੀਂ ਕਰ ਪਾਏ ਅਸੀਂ ਮੁੜ ਕੇ ਇਲੈਕਸ਼ਨ ਨਹੀਂ ਲੜਾਂਗੇ। ਔਰ ਮੇਰੇ ਕੋਈ ਵੀ ਐਮਐਲਏ ਅੱਜ ਵੀ ਉੱਥੇ ਯੂਨਾਈਟਿਡ ਸਾਈਕਲ ਪਾਰਟਸ ਦੇ ਬਾਹਰ ਧਰਨਾ ਸੀਗਾ, ਤੁਸੀਂ ਉੱਥੇ ਮੇਰੀ ਇੰਟਰਵਿਊ ਲੈ ਕੇ ਆਏ ਹੈਗੇ, ਮੈਂ ਉੱਥੇ ਵੀ ਕਹਿ ਕੇ ਆਇਆ ਅਗਰ ਅਸੀਂ ਵਪਾਰੀ ਅਸੀਂ ਅਗਰ ਆਵਾਂਗੇ ਅਸੀਂ ਕੋਈ ਵੀ ਸਾਡਾ ਐਮਐਲਏ ਕੋਈ ਸੈਲਰੀ ਨਹੀਂ ਲਊਗਾ ਜੀ, ਕੋਈ ਤਨਖਾਹ ਨਹੀਂ ਲਵਾਂਗੇ ਜੀ ਤੇ ਅਸੀਂ ਨਿਸਵਾਰਥ ਭਾਵ ਦੇ ਨਾਲ ਆਹ ਡੁੱਬਦੇ ਹੋਏ ਪੰਜਾਬ ਨੂੰ ਸਵੈ ਨਿਰਭਰ ਇੱਕ ਉੱਭਰਦਾ ਹੋਇਆ ਪੰਜਾਬ ਬਣਾਉਣ ਦੀ ਇੱਕ ਕੋਸ਼ਿਸ਼ ਇੱਕ ਪ੍ਰਯਾਸ ਕਰ ਰਹੇ ਜੇ ਮੇਰੇ ਸਾਰੇ ਪੰਜਾਬ ਵਾਸੀ ਮੇਰਾ ਸਾਥ ਦੇਣਗੇ ਤੇ ਇੱਕ ਵਾਰੀ ਸਾਨੂੰ ਮੌਕਾ ਦੇਣ। ਆਹੀ ਪ੍ਰਾਰਥਨਾ ਕਰ ਸਕਦਾ, ਤੁਹਾਨੂੰ ਵੀ ਪ੍ਰਾਰਥਨਾ ਕਰ ਸਕਦਾ ਬਈ ਇੱਕ ਵਾਰੀ ਸਾਨੂੰ ਵੀ ਮੌਕਾ ਦਿੱਤਾ ਜਾਵੇ। ਆ ਸਾਡਾ ਮੌਕਾ ਨਹੀਂ, ਤੁਸੀਂ ਆਪਣੇ ਆਪ ਨੂੰ ਮੌਕਾ ਦੇਣਾ ਵੀ ਤੁਸੀਂ ਕੀ ਆਪਣੀ ਬੈਸਟ ਕੈਪੇਬਿਲਿਟੀਜ਼ ਤੁਸੀਂ ਦੇ ਸਕਦੇ ਹੈਗੇ ਹੋ। ਠੀਕ ਹੈ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਜੀ। ਧੰਨਵਾਦ। ਸੋ ਦੋਸਤੋ ਇਹ ਸੀਗੇ ਤਰੁਣਜਨ ਬਾਵਾ ਜੀ ਜਿਨ੍ਹਾਂ ਨੇ ਭਾਰਤੀ ਆਰਥਿਕ ਪਾਰਟੀ ਦਾ ਜਿੱਥੇ ਗਠਨ ਕੀਤਾ ਉੱਥੇ ਵੱਖ-ਵੱਖ ਇਹਨਾਂ ਨੇ ਦੱਸਿਆ ਕਿ ਸਾਡੇ ਅਲਾਇੰਸ ਵੀ ਹੋ ਚੁੱਕੇ ਹੈ, ਵੱਖ-ਵੱਖ ਜਿਹੜੀ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਰਹੇ ਆ ਜਿਹੜੇ ਕਿ ਖੁਦ ਇੱਕ ਰੈਵੋਲੂਸ਼ਨ ਚਾਹੁੰਦੇ ਹੈ ਦੇਸ਼ ਦੇ ਵਿੱਚ ਫੈਲੀ ਕਰਪਸ਼ਨ 'ਚ ਤੇ ਮਹਿੰਗਾਈ ਤੇ ਲਗਾਮ ਪਾਉਣਾ ਚਾਹੁੰਦੇ। ਸੋ ਇਹਨਾਂ ਨੇ ਇੱਕ ਪਹਿਲਾ ਮੈਨੀਫੈਸਟੋ ਦੱਸਿਆ ਸਾਨੂੰ, ਹਾਲਾਂਕਿ ਮੈਨੀਫੈਸਟੋ ਸੁਣਨ 'ਚ ਤਾਂ ਬਹੁਤ ਅੱਛਾ ਲੱਗਿਆ ਪਰ ਉਹੀ ਗੱਲ ਹੈ ਕਿ ਸੁਣਨ ਕਥਨੀ ਤੇ ਕਰਨੀ 'ਚ ਬਹੁਤ ਫਰਕ ਹੁੰਦਾ। ਸੋ ਕਥਨੀ ਇਹਨਾਂ ਨੇ ਦੱਸ ਦਿੱਤੀ ਹੈ, ਜੇ ਕਰਨੀ ਵੀ ਇੱਦਾਂ ਦੀ ਰਹਿੰਦੀ ਹੈ ਤਾਂ ਉਹ ਤਾਂ ਵਾਕਈ ਫਿਰ ਇੱਕ ਕਹਿ ਲਓ ਜੇ ਅਸੀਂ ਦੀਵਾਲੀ ਦੇ ਕੋਲ ਖੜ੍ਹੇ ਹਾਂ ਅਤੇ ਵਾਕਈ ਇੱਕ ਵਾਰੀ ਫਿਰ ਜਿਹੜਾ ਹੈਗਾ ਸਤਯੁਗ ਆ ਜਾਊਗਾ ਜੇ ਇੱਦਾਂ ਦੀ ਗੱਲ ਕਰਾਂਗੇ ਤਾਂ। ਫਿਲਹਾਲ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ, ਉਮੀਦ ਕਰਦੇ ਹਾਂ ਹੁਣ ਮੌਕਾ ਇਹਨਾਂ ਨੂੰ ਦੇਣਾ ਨਹੀਂ ਦੇਣਾ ਇਹ ਤਾਂ ਜਨਤਾ ਜਾਣਦੀ ਹੈ, ਜਨਤਾ ਹੀ ਦੱਸੇਗੀ, ਮੌਕਾ ਹੀ ਦੱਸੇਗਾ ਅਤੇ ਵਕਤ ਦੱਸੇਗਾ। ਸੋ ਫਿਲਹਾਲ ਅਸੀਂ ਇਜਾਜ਼ਤ ਲੈਂਦੇ, ਦੇਖਦੇ ਰਹੋ, बने रहो जान हितैषी। धन्यवाद। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।